ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ਼੍ਰੀ ਹਰਿਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਨ ਕਿਰਪਾਲ ਕੀ ਬਾਤ ਕੋ ਸ਼੍ਰੀ ਸਤਿਗੁਰੂ ਕਿਰਪਾਲ ਮਨ ਮਾਨੀ ਨੀਕੇ ਲਖੀ ਮਸਲ ਟਾਲ ਸੁਨ ਕਿਰਪਾਲ ਕੀ ਬਾਤ ਕੋ। ਗਰੀਬ ਨਵਾਜ ਸੱਚੇ ਪਾਤਸ਼ਾਹ ਅੰਤਰਜਾਮੀ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਸਾਧ ਸੰਗਤ ਜੀਓ, ਆਪਾਂ ਸਾਰਿਆਂ ਨੂੰ ਗੁਰੂ ਘਰ ਦੀ ਸੰਗਤ ਕਰਨ ਦਾ ਸਤ ਸੰਗ ਕਰਨ ਦਾ ਸੁਭਾਗ ਭਰਿਆ ਸਮਾਂ ਗੁਰੂ ਜੀ ਦੀ ਮਿਹਰ ਨਾਲ ਬਖਸ਼ਿਸ਼ ਹੋਇਆ ਹੈ। ਗੁਰਬਾਣੀ ਜੀ ਦਾ ਕੀਰਤਨ ਭਾਈ ਕੁਲਵੰਤ ਸਿੰਘ ਜੀ ਜੋਧਪੁਰੀ ਆਪ ਜੀ ਨੂੰ ਬੜੇ ਹੀ ਪਿਆਰ ਦੇ ਨਾਲ ਸਰਵਣ ਕਰਵਾ ਰਹੇ ਸਨ। ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਬੜੇ ਵਰ ਬਖਸ਼ਿਸ਼ ਕੀਤੇ ਨੇ। ਆਪਣੀ ਬਾਣੀ ਵਿੱਚ ਵੀ ਗੁਰੂ ਜੀ ਨੇ ਆਪਣੇ ਸਿੱਖਾਂ ਉੱਤੇ ਬਹੁਤ ਜ਼ਿਆਦਾ ਮਾਣ ਦਰਸਾਇਆ ਜੀ। ਆਪਣੇ ਆਪ ਨੂੰ ਗਰੀਬ ਕਹਿ ਕੇ ਗੁਰਸਿੱਖਾਂ ਵੱਲ ਇਸ਼ਾਰਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ।
ਨਹੀਂ ਮੋਸੇ ਗਰੀਬ ਕਰੋੜ ਪਰੇ। ਮਹਾਰਾਜ ਕਹਿੰਦੇ ਦੀ ਕਿਰਪਾ ਨਾਲ ਸੱਜਿਆ ਹਾਂ। ਕਿੰਨਾ ਮਾਣ। ਅੱਜ ਤੱਕ ਦੁਨੀਆ ਦੇ ਕਿਸੇ ਵੀ ਰਹਿਬਰ ਨੇ ਆਪਣੇ ਚੇਲਿਆਂ ਦੇ ਬਾਰੇ ਇਹ ਨਹੀਂ ਕਿਹਾ ਕਿ ਮੈਂ ਆਪਣੇ ਚੇਲਿਆਂ ਦੀ ਕਿਰਪਾ ਨਾਲ ਬਣਿਆ ਹਾਂ, ਮੈਂ ਆਪਣੇ ਸਿੱਖਿਆਰਥੀਆਂ ਦੀ ਕਿਰਪਾ ਨਾਲ ਬਣਿਆ ਹਾਂ। ਨਹੀਂ, ਇਹ ਬਚਨ ਨਹੀਂ ਬੋਲਿਆ, ਬਲਕਿ ਇਹ ਤਾਂ ਕਿਹਾ ਵੀ ਮੇਰੇ ਸਿੱਖਿਆਰਥੀ ਹੈ ਤੇ ਮੈਂ ਇਹਨਾਂ ਤੇ ਕਿਰਪਾ ਕਰਦਾ ਹਾਂ। ਪਰ ਧੰਨ ਬਾਜਾਂ ਵਾਲੇ ਸੱਚੇ ਪਾਤਸ਼ਾਹ, ਇੰਨੀ ਵੱਧ ਨਿਮਰਤਾ ਮੇਰੇ ਸਤਿਗੁਰੂ ਜੀ ਦੀ। ਮਹਾਰਾਜ ਕਹਿੰਦੇ ਮੈਂ ਆਪਣੇ ਸਿੱਖਾਂ ਦੀ ਕਿਰਪਾ ਨਾਲ ਬਣਿਆ ਹਾਂ। ਸਿੱਖਾਂ ਨੂੰ ਕਿੰਨਾ ਮਾਣ ਬਖਸ਼ਿਸ਼ ਕੀਤਾ ਸੱਚੇ ਪਾਤਸ਼ਾਹ ਜੀ ਨੇ। ਸੋ ਆਪ ਜੀ ਗੁਰਬਾਣੀ ਜੀ ਦੀ ਕਥਾ ਸਰਵਣ ਕਰ ਰਹੇ ਸੀ। ਆਓ ਹੁਣ ਸਰਵਣ ਕਰ ਰਹੇ ਸੀ। ਪਿਆਰ ਨਾਲ ਸਾਰੀ ਸੰਗਤ ਕਥਾ ਸਰਵਣ ਕਰੀਏ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਘਾਣੀ ਦੇ ਜੰਗ ਦਾ ਮੁੱਢ ਵੱਜ ਰਿਹਾ ਹੈ। ਉਹ ਕਥਾ ਆਪ ਜੀ ਸਾਧ ਸੰਗਤ ਜੀ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਮਹਾਰਾਜ ਪਾਉਂਟਾ ਸਾਹਿਬ ਸੱਜੇ ਹਨ। ਸ਼੍ਰੀਨਗਰ ਤੋਂ ਗੁਰੂ ਕੇ ਸਿੱਖ ਸਾਧ ਸੰਗਤ ਜੀ ਔਖੀ ਥਾਂ ਤੋਂ ਬਚ ਕੇ ਕਿਵੇਂ ਨਿਕਲ ਕੇ ਆਏ ਹਨ, ਇਹ ਕਥਾ ਦੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਜੀ। ਗੁਰੂ ਸਾਹਿਬ ਨੇ ਆਪ ਹੀ ਉਹਨਾਂ ਦੀ ਰਾਖੀ ਕੀਤੀ, ਆਪ ਉਹਨਾਂ ਦੀ ਸਹਾਇਤਾ ਕੀਤੀ। ਇਹ ਸਾਰਾ ਪ੍ਰਸੰਗ ਜਿਹੜਾ ਹੈ ਆਪ ਜੀ ਨੇ ਕੱਲ੍ਹ ਦੇ ਦਿਨ ਸਰਵਣ ਕੀਤਾ ਜੀ। ਮਹਾਰਾਜ ਸੱਚੇ ਪਾਤਸ਼ਾਹ ਭਾਈ ਸਾਹਿਬ ਨੂੰ ਪੁੱਛਦੇ ਆਨੰਦ ਚੰਦ ਨੂੰ, ਆਨੰਦ ਚੰਦ 10 ਪਹਾੜੀਆਂ ਦਾ ਸੁਭਾਅ ਕਿਵੇਂ ਸੀ? ਪਹਾੜੀ ਰਾਜੇ ਕੀ ਗੱਲਾਂ ਬਾਤਾਂ ਕਰਦੇ ਸੀ? ਆਨੰਦ ਚੰਦ ਜੀ ਨੇ ਸਾਰੀ ਗੱਲ ਖੋਲ੍ਹ ਕੇ ਦੱਸੀ ਕਿ ਸੱਚੇ ਪਾਤਸ਼ਾਹ ਕਿਵੇਂ ਅਸੀਂ ਗਏ, ਕਿਵੇਂ ਪਹਿਲਾਂ ਸ਼੍ਰੀਨਗਰ ਦੇ ਰਾਜੇ ਨੇ ਸਾਡਾ ਬੜਾ ਸਤਿਕਾਰ ਕੀਤਾ, ਕਿਵੇਂ ਬਰਾਤ ਰੋਕਣ ਦੀ ਗੱਲ ਤੁਰ ਪਈ, ਕਿਵੇਂ ਫਿਰ ਮਹਾਰਾਜ ਵਿਆਹ ਹੋਇਆ, ਉਹ ਲੇਟ ਆਏ। ਸਾਰੀ ਗੱਲ ਭਾਈ ਆਨੰਦ ਚੰਦ ਜੀ ਨੇ ਦੱਸੀ। ਇਹ ਵੀ ਦੱਸਿਆ ਸੱਚੇ ਪਾਤਸ਼ਾਹ ਫਤਿਹ ਸ਼ਾਹ ਦਾ ਆਪ ਜੀ ਨਾਲ ਬੜਾ ਪਿਆਰ ਸੀ। ਫਤਿਹ ਸ਼ਾਹ ਰਾਜਾ ਹੁਣ ਮਜਬੂਰ ਹੋ ਗਿਆ, ਕਿਉਂਕਿ ਭੀਮ ਚੰਦ ਨੇ ਕਿਹਾ ਕਿ ਤੇਰੀ ਧੀ ਦਾ ਡੋਲਾ ਤਾਂ ਮੈਂ ਆਪਣੀ ਰਿਆਸਤ ਵਿੱਚ ਲੈ ਕੇ ਜਾਵਾਂਗਾ, ਪਹਿਲਾਂ ਗੁਰੂ ਜੀ ਨਾਲ ਜੰਗ ਕਰ। ਸੋ ਹੁਣ ਸਭ ਤੋਂ ਪਹਿਲਾਂ ਜੰਗ ਕਰਨ ਵਾਸਤੇ ਮਹਾਰਾਜ ਫਤਿਹ ਸ਼ਾਹ ਰਾਜਾ ਆ ਰਿਹਾ। ਜਿਵੇਂ ਅਸੀਂ ਆਏ ਆ ਨਾ, ਉਵੇਂ ਮਹਾਰਾਜ ਬਸ ਫਤਿਹ ਸ਼ਾਹ ਨੂੰ ਪਹੁੰਚਿਆ ਹੀ ਸਮਝੋ। ਭਾਈ ਸੰਤੋਖ ਸਿੰਘ ਲਿਖਦੇ, ਕਹਿੰਦੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਕਿਹਾ ਨਾ ਵੀ ਮਹਾਰਾਜ ਫਤਿਹ ਸ਼ਾਹ ਨੂੰ ਪਹੁੰਚਿਆ ਹੀ ਸਮਝੋ, ਮਹਾਰਾਜ ਗਰੀਬ ਨਵਾਜ ਆਸਣ ਤੇ ਸੱਜੇ, ਇੱਕਦਮ ਮਾਨੋ ਸੁੱਤਾ ਹੋਇਆ ਵੀਰ ਰਸ ਜਾਗ ਗਿਆ ਜੀ। ਮਹਾਰਾਜ ਸਤਿਗੁਰੂ ਜੀ ਨੇ ਬਚਨ ਕੀਤਾ, ਕਹਿਣ ਲੱਗੇ ਆ ਲੈਣ ਦਿਓ। ਵਿੱਚ ਸਾਧ ਸੰਗਤ ਜੀ ਬਚਨ ਕੀਤਾ। ਮਹਾਰਾਜ ਕਹਿਣ ਲੱਗੇ ਪਾਉਂਟੇ ਦੀ ਧਰਤੀ ਨੂੰ ਖੂਨ ਨਾਲ ਲਾਲ ਕਰ ਦਿਆਂਗੇ। ਉਹ ਵੀ ਕਿਸੇ ਦੇ ਸਾਹਮਣੇ ਆਉਣਗੇ, ਯੋਧੇ ਹੋਣਗੇ ਤਾਂ ਉਹਨਾਂ ਨੂੰ ਨਜ਼ਾਰਾ ਆਏਗਾ। ਸੱਚੇ ਪਾਤਸ਼ਾਹ ਨੇ ਬਹੁਤੇ ਵੀਰ ਰਸ ਵਾਲੇ ਬਚਨ ਕੀਤੇ। ਗੁਰਸਿੱਖਾਂ ਨੂੰ ਕਿਹਾ ਗੁਰਸਿੱਖੋ ਤਿਆਰੀ ਕਰ ਲਓ। ਦਇਆ ਰਾਮ ਪ੍ਰੋਹਿਤ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਪਾਉਂਟਾ ਸਾਹਿਬ ਨਗਰ ਆਪ ਜੀ ਦਾ ਵਸਾਇਆ ਹੋਇਆ ਹੈ। ਇੱਥੇ ਆਪ ਜੀ ਨੇ ਬੇਅੰਤ ਬਾਣੀ ਮਹਾਰਾਜ ਉਚਾਰਨ ਕੀਤੀ ਹੈ। ਮਹਾਰਾਜ ਜੇ ਸ਼ਹਿਰ ਤੋਂ ਬਾਹਰ ਆਪ ਜੀ ਜੰਗ ਕਰੋ। ਮਹਾਰਾਜ ਕਹਿਣ ਲੱਗੇ ਹਾਂ ਇਹ ਵੀ ਰਣਨੀਤੀ ਠੀਕ ਹੈ, ਅਸੀਂ ਸ਼ਹਿਰ ਤੋਂ ਬਾਹਰ ਜੰਗ ਕਰਾਂਗੇ। ਮਹਾਰਾਜ ਜੀ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਹੱਥ ਜੋੜ ਕੇ ਸਤਿਗੁਰਾਂ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਬੇਨਤੀ ਹੈ, ਮਹਾਰਾਜ ਖੁੱਲੀ ਤੇ ਸਮਤਲ ਥਾਂ ਹੈ ਪੰਘਾਣੀ, ਆਪ ਕਿਰਪਾ ਕਰੋ ਤੇ ਜੇ ਪੰਘਾਣੀ ਵਿੱਚ ਚਾਲਾ ਪਾਈਏ, ਮਹਾਰਾਜ ਪੰਘਾਣੀ ਨੂੰ ਚਾਲਾ ਪਾਈਏ। ਮਹਾਰਾਜ ਕਹਿਣ ਲੱਗੇ ਠੀਕ ਹੈ। 6 ਕੋਹ ਦੀ ਦੂਰੀ ਤੇ ਪਾਉਂਟਾ ਸਾਹਿਬ ਤੋਂ ਪੰਘਾਣੀ ਹੈ ਸਾਧ ਸੰਗਤ ਜੀ। ਮਹਾਰਾਜ ਕਹਿਣ ਲੱਗੇ ਠੀਕ ਹੈ, ਆਪਾਂ ਹੁਣ ਪੰਘਾਣੀ ਨੂੰ ਚੱਲਦੇ ਹਾਂ। ਉੱਥੇ ਜਾ ਕੇ ਮਹਾਰਾਜ ਕਹਿਣ ਲੱਗੇ ਜੰਗ ਦਾ ਖੰਭਾ ਗੱਡਾਂਗੇ, ਦੁਸ਼ਟਾਂ ਦੇ ਸਿਰ ਵੱਢਾਂਗੇ
ਤੇ ਜਿੱਤ ਪ੍ਰਾਪਤ ਕਰਾਂਗੇ। ਇਹ ਬਚਨ ਸੱਚੇ ਪਾਤਸ਼ਾਹ ਜੀ ਦੇ ਨਾਲ ਹੋਏ। ਕੱਲ ਇੱਥੋਂ ਤੱਕ ਆਪਾਂ ਕਥਾ ਸਰਵਣ ਕੀਤੀ ਹੈ। ਹੁਣ ਅੱਗੋਂ ਸਤਿਗੁਰਾਂ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੋ ਜੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸੁਨ ਕਿਰਪਾਲ ਕੀ ਬਾਤ ਕੋ, ਸ਼੍ਰੀ ਸਤਿਗੁਰੂ ਕਿਰਪਾਲ। ਗਰੀਬ ਨਵਾਜ ਕਿਰਪਾਲੂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਆਪਣੇ ਮਾਮਾ ਜੀ ਦੇ ਬਚਨ ਸੱਚੇ ਪਾਤਸ਼ਾਹ ਜੀ ਨੇ ਸੁਣੇ, ਮਨ ਮਾਨੀ ਨੀਕੇ ਲਖੀ, ਮਸਲਤ ਠਾਨ ਅਟਾਲ। ਤੇ ਗਰੀਬ ਨਵਾਜ ਜੀ ਨੇ ਫੁਰਨਾ ਬਣਾਇਆ ਵੀ ਸਾਡੇ ਮਾਮਾ ਜੀ ਦੇ ਬਚਨ ਠੀਕ ਹਨ, ਅਸੀਂ ਭੰਗਾਣੀ ਨੂੰ ਚਾਲਾ ਪਾਉਨੇ। ਮਹਾਰਾਜ ਕਹਿਣ ਲੱਗੇ ਹਾਂਜੀ। ਚੌਪਈ। ਨੰਦ ਚੰਦ ਪਿਖ ਗੁਰਮੁਖ ਓਰੀ, ਬੋਲਿਓ ਬਾਹਰ ਜੁਗਮ ਕਰ ਜੋਰੀ। ਉਧਰ ਸਾਧ ਸੰਗਤ ਜੀ ਉਹ ਸੌਦਾਗਰ ਆਇਆ ਸੀ ਜਿਹਨੇ 100 ਘੋੜੇ ਮਹਾਰਾਜ ਨੂੰ ਭੇਟਾ ਕੀਤੇ ਸੀਗੇ। ਨੰਦ ਚੰਦ ਜੀ ਨੇ ਇਹ ਵੀ ਗੱਲ ਦੱਸਣੀ ਸੀ ਅਜੇ ਮਹਾਰਾਜ ਨੂੰ, ਕਿਉਂਕਿ ਉਹਨਾਂ ਦੀ ਡਿਊਟੀ ਸੀ, ਦੀਵਾਨ ਨੇ ਮਹਾਰਾਜ ਦੇ। ਉਹ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ, ਮਹਾਰਾਜ ਸਿੱਖ ਰਾਵਰ ਕੇਰਾ, ਹਾਇਨ ਸੌਦਾਗਰ ਧਨੀ ਵਡੇਰਾ। ਮਹਾਰਾਜ ਇਹ ਗੁਰਮੁਖ ਪਿਆਰਾ ਜਿਹੜਾ ਆਪ ਜੀ ਨੂੰ ਦਿਸ ਰਿਹਾ ਹੈ, ਮਹਾਰਾਜ ਇਹ ਬੜੀ ਸ਼ਰਧਾ ਵਾਲਾ ਤੁਹਾਡਾ ਸਿੱਖ ਹੈ, ਇਹਨੂੰ ਬੜਾ ਪਿਆਰ ਹੈ ਆਪ ਜੀ ਦੇ ਨਾਲ। ਮਹਾਰਾਜ ਸੱਚੇ ਪਾਤਸ਼ਾਹ ਇਹ ਸੌਦਾਗਰ ਹੈ ਤੇ ਆਪ ਜੀ ਦੀ ਕਿਰਪਾ ਹੈ, ਮਹਾਰਾਜ ਕੋ ਮਾਇਆ ਵੀ ਖੁੱਲੀ ਹੈ ਕੀ ਹੈ। ਹਾਂਜੀ। ਲੇਕਰ ਗਮਨਿਓ ਦਰਬ ਵਿਸ਼ੇਸ਼ੰ, ਪਿਖ ਕਸ਼ਮੀਰ ਆਦਪੁਰ ਦੇਸ਼ੰ। ਇਸ ਸਿੱਖ ਨੇ ਕਿਸੇ ਨੂੰ ਪੁੱਛਿਆ ਕਿ ਗੁਰੂ ਗੋਬਿੰਦ ਰਾਏ ਬਾਜਾਂ ਵਾਲੇ ਖੁਸ਼ ਕਿਵੇਂ ਹੁੰਦੇ ਆ। ਮਹਾਰਾਜ ਇਹਨੂੰ ਕਿਸੇ ਸਿੱਖ ਨੇ ਕਿਹਾ ਵੀ ਜੇ ਤੂੰ ਘੋੜੇ ਚੜਾਵੇਂ ਮਹਾਰਾਜ ਨੂੰ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਮਹਾਰਾਜ ਇਸ ਸਿੱਖ ਨੇ ਬੜੀ ਮਿਹਨਤ ਕੀਤੀ, ਕਸ਼ਮੀਰ ਦੀ ਧਰਤੀ ਤੇ ਖੁੱਲੀ ਮਾਇਆ ਲੈ ਕੇ ਗਿਆ ਸੀ ਇਹ ਸਿੱਖ। ਹਾਂਜੀ। ਬੀਨ ਬੀਨ ਬਹੁ ਥਲ ਤੇ ਲੀਨਾ, ਹਾਂਜੀ। ਤਿਸੀ ਪੰਥ ਕੋ ਆਵਨ ਕੀਨਾ। ਤੇ ਗਰੀਬ ਨਵਾਜ ਚੁਣ ਚੁਣ ਕੇ 100 ਘੋੜਾ ਆਪ ਜੀ ਵਾਸਤੇ ਸਿੱਖ ਲੈ ਕੇ ਆਇਆ ਜੀ। 100 ਘੋੜਾ ਥੋੜਾ ਨਹੀਂ ਹੁੰਦਾ, ਇਹਨੂੰ ਰਾਕਾ ਵੀ ਕਹਿ ਲੈਂਦੇ ਜੀ ਦਣਾ ਪੰਥਾਂ ਵਿੱਚ। ਮਹਾਰਾਜ 100 ਘੋੜਾ ਇਹ ਗੁਰੂ ਕਾ ਸਿੱਖ ਆਪ ਜੀ ਵਾਸਤੇ ਲੈ ਕੇ ਆਇਆ। ਪਰ ਮਹਾਰਾਜ ਇਹ ਜਿਸ ਰਸਤੇ ਤੇ ਸੀ, ਭੀਮ ਚੰਦ ਉਧਰੋਂ ਬਰਾਤ ਲੈ ਕੇ ਲੰਘ ਰਿਹਾ ਸੀ। ਹਾਂਜੀ। ਭੀਮ ਚੰਦ ਨ੍ਰਿਪ ਜਬ ਸੁਨ ਪਾਏ, ਲੇਨ ਹੇਤ ਹੈ ਚਿਤ ਲਲਚਾਏ। ਇਸ ਸਿੱਖ ਨੇ ਫੁਰਨਾ ਬਣਾਇਆ ਵੀ ਜੇ ਭੀਮ ਚੰਦ ਨੂੰ ਪਤਾ ਲੱਗ ਗਿਆ ਵੀ ਮੈਂ 100 ਘੋੜਾ ਆਪ ਜੀ ਵਾਸਤੇ ਲੈ ਕੇ ਆ ਰਿਹਾ, ਤੇ ਮਹਾਰਾਜ ਇਸ ਸਿੱਖ ਦਾ ਫੁਰਨਾ ਬਣਿਆ ਵੀ ਭੀਮ ਚੰਦ ਨੇ ਖੋਹਣ ਦਾ ਯਤਨ ਕਰਨਾ। ਹਾਂਜੀ। ਨਾਮ ਸੁਨਿਓ ਰਾਵਰ ਕੋ ਜਬੈ, ਕਿਤਕ ਸੈਨ ਭੇਜੀ ਤਿਨ ਤਬੈ। ਆਖੋ ਸ੍ਰੀ ਵਾਹਿਗੁਰੂ। ਤੇ ਮਹਾਰਾਜ ਇਸ ਸਿੱਖ ਨੂੰ ਪਤਾ ਲੱਗਾ ਵੀ ਤੁਸੀਂ ਆਪਣੀ ਕੁਝ ਫੌਜ ਸ਼੍ਰੀਨਗਰ ਵਿੱਚ ਭੇਜੀ ਹੋਈ ਹੈ। ਹਾਂਜੀ। ਸਿੱਖ ਸੌਦਾਗਰ ਕੋ ਸੁਧ ਹੋਈ, ਕਰ ਕੈ ਬੇਗ ਆਏ ਪੁਰ ਸੋਈ। ਇਹ ਫਿਰ ਸਿੱਖ ਬੜੇ ਪਿਆਰ ਨਾਲ 100 ਘੋੜਾ ਆਪਣੇ ਨਾਲ ਲੈ ਕੇ ਜਿੱਥੇ ਸ਼੍ਰੀਨਗਰ ਵਿੱਚ ਸਾਡਾ ਡੇਰਾ ਸੀ ਨਾ, ਮਹਾਰਾਜ ਉੱਥੇ ਪਹੁੰਚ ਗਿਆ। ਹਾਂਜੀ। ਸੁਨ ਸ੍ਰੀ ਨਗਰ ਵਿਖੇ ਹਮ ਡੇਰਾ, ਉਤਰਿਓ ਆਨ ਨੇ ਡਰ ਤਿਸ ਬੇਰਾ। ਇਹਨੇ ਫਿਰ ਆਪਣਾ ਡੇਰਾ ਸੱਚੇ ਪਾਤਸ਼ਾਹ ਸਾਡੇ ਕੋਲ ਆ ਕੇ ਉਤਾਰਿਆ, ਸਾਨੂੰ ਆ ਕੇ ਆਖਿਆ ਵੀ ਇਹ ਗੁਰੂ ਜੀ ਦੇ ਘੋੜੇ ਨੇ ਸਾਰੇ। ਬਾਹੁਰ ਨਾ ਥਲ ਕਾ ਲਿਓ ਕਿਨ ਆਏ, ਮਿਲਿਓ ਰਹੇ ਆਨੰਦ ਉਪਾਏ। ਆਖੋ ਸ੍ਰੀ ਵਾਹਿਗੁਰੂ। ਇਹ ਸਿੱਖ ਫਿਰ ਉਦੋਂ ਦਾ ਸਾਡੇ ਨਾਲ ਹੈ। ਸੱਚੇ ਪਾਤਸ਼ਾਹ ਬੜੀ ਮਿਹਨਤ, ਬੜਾ ਔਖਾ ਸਮਾਂ ਇਸ ਸਿੱਖ ਨੇ ਵੀ ਵੇਖਿਆ ਤੇ ਬਿਗਰਿਓ ਫਤਿਹ ਸ਼ਾਹ ਜਿਸ ਕਾਲਾ, ਉਤਰੇ ਅਸ ਸਥਾਨ ਵਿਸਾਲਾ। ਤੇ ਮਹਾਰਾਜ ਉਧਰੋਂ ਫਤਿਹ ਸ਼ਾਹ ਨੂੰ ਵੀ ਪਤਾ ਲੱਗਾ ਵੀ ਆਪ ਜੀ ਦੇ ਵਾਸਤੇ ਬਿਲਕੁਲ ਵਧੀਆ ਨਵੇਂ 100 ਘੋੜੇ ਇੱਕ ਸਿੱਖ ਲੈ ਕੇ ਸ਼੍ਰੀਨਗਰ ਪਹੁੰਚਿਆ। ਹਾਂਜੀ। ਸੁਨ ਲਾਲਚ ਕਰ ਪੁਨ ਕਹਿ ਲੂਰੀ, ਤੇ ਮਹਾਰਾਜ
ਇਸੇ ਗੱਲ ਦੀ ਖਬਰ ਭੀਮ ਚੰਦ ਨੂੰ ਵੀ ਪਹੁੰਚ ਗਈ ਸੀ। ਭੀਮ ਚੰਦ ਨੇ ਲਾਲਚ ਕੀਤਾ ਵੀ 100 ਘੋੜਾ ਮੈਨੂੰ ਮਿਲੇ। ਕਹਿ ਭੇਜਿਓ ਕਰ ਤੂਰਨ ਭੂਰੀ। ਸੱਚੇ ਪਾਤਸ਼ਾਹ, ਗਰੀਬ ਨਵਾਜ ਮਹਾਰਾਜ ਸਤਿਗੁਰੂ ਜੀ, ਫਿਰ ਉਹਨੇ ਫੌਜ ਭੇਜੀ ਵੀ 100 ਘੋੜਾ ਖੋ ਕੇ ਲੈ ਕੇ ਆਉਣਾ। ਹਾਂਜੀ। ਤੁਰੰਗ ਵਿਸਾਲ ਮੋਲ ਵੱਡ ਕੇਰੇ। ਹਾਂਜੀ। ਸ਼ੀਨ ਲਿਹੋ ਨਹਿ ਦੀਜਹਿ ਫੇਰੇ। ਤੇ ਮਹਾਰਾਜ ਬੜੀ ਚਿੰਤਾ ਦਾ ਵਿਸ਼ਾ ਇਹ ਵੀ ਸਾਨੂੰ ਬਣ ਗਿਆ ਸੀ ਵੀ ਇਹ 100 ਘੋੜਾ ਬਿਲਕੁਲ ਨਵਾਂ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੁਸੀਂ ਵੇਖੋ ਮਹਾਰਾਜ ਦਾ ਪ੍ਰਤਾਪ ਕਿੰਨਾ ਹੋਏਗਾ ਜੀ। ਉਸ ਸਮੇਂ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ 100 ਘੋੜੇ ਨਹੀਂ ਭੇਟਾ ਹੁੰਦੇ ਜੀ। 100 ਘੋੜਾ ਬੜਾ ਮਾਇਨਾ ਰੱਖਦਾ ਜੀ। ਹਾਂ, ਉਹ ਆਪ ਖਰੀਦਦੇ ਸੀ ਆਪਣੀਆਂ ਫੌਜਾਂ ਵਾਸਤੇ, ਕੋਈ ਪਿਆਰ ਨਾਲ ਭੇਟਾ ਨਹੀਂ ਸੀ ਕਰਦਾ ਜੀ। ਹਾਂਜੀ। ਤੇ ਅੱਜ ਸਮਝ ਲਓ ਵੀ ਕਿਸੇ ਨੂੰ ਕੋਈ 100 ਗੱਡੀ, 100 ਕਾਰ, ਵਧੀਆ ਕਾਰਾਂ ਗਿਫਟ ਦੇ ਦੇਵੇ, ਇੰਨੀ ਵੱਡੀ ਗੱਲ ਸੀਗੀ ਜੀ। ਬੜਾ ਔਖਾ ਕੰਮ ਹੈ ਔਰ ਬੜਾ ਮਹਿੰਗਾ ਕੰਮ ਹੈ। ਉਂਝ ਗੁਰੂ ਕੇ ਸਿੱਖਾਂ ਕੋਲ ਕਮੀ ਨਹੀਂ ਹੈਗੀ ਕਿਸੇ ਗੱਲ ਦੀ ਜੀ। ਅੱਜ ਵੀ ਇਹੋ ਜਿਹੇ ਸਿੱਖ ਨੇ, ਮਹਾਰਾਜ ਬਾਜਾਂ ਵਾਲੇ ਬੈਠੇ, ਉਹਨੂੰ 100 ਗੱਡੀਆਂ ਵੀ ਚੜਾ ਸਕਦੇ ਮਹਾਰਾਜ ਨੂੰ, ਚੜਾਉਂਦੇ ਹੀ ਹੈ। ਮਹਾਰਾਜ ਦੇ ਸਿੱਖਾਂ ਦੀ ਬੜੀ ਜੈ ਜੈਕਾਰ ਹੈ ਸਾਧ ਸੰਗਤ ਜੀ। ਆ ਵਿਦੇਸ਼ ਵਿੱਚ ਇੱਕ ਸਿੱਖ ਹੈ, ਰੋਲਸ ਰੋਇਲ ਗੱਡੀ ਜੀ, ਜਿਹੜੀ ਬੜੀ ਮਹਿੰਗੀ ਮੰਨੀ ਜਾਂਦੀ ਜੀ। ਉਹਨੂੰ ਕਿਸੇ ਨੇ ਸਾਧ ਸੰਗਤ ਜੀ ਲਾਮਾ ਜਾ ਦਿੱਤਾ, ਵਾਹਿਗੁਰੂ ਟਿਚਕਰ ਦੀ ਕੀਤੀ ਸੀ ਉਹਦੇ ਨਾਲ ਜੀ। ਤੇ ਉਸ ਗੁਰੂ ਕੇ ਸਿੱਖ ਦੇ ਇਸ ਹਿਸਾਬ ਨਾਲ ਵੀ ਸਿੱਖੀ ਦਾ ਨਾਂ ਉੱਚਾ ਕੀਤਾ ਜੀ। ਪਤਾ ਕਿਵੇਂ ਜੀ? ਅੰਮ੍ਰਿਤ ਵਾਹਿਗੁਰੂ ਸਾਬਤ ਸੂਰਤ ਸਿੱਖ ਹੈ। ਜਿੰਨੀਆਂ ਪੱਗਾਂ ਦੇ ਰੰਗ ਬੰਨ੍ਹਦਾ ਨਾ ਜੀ, ਓਨੀਆਂ ਗੱਡੀਆਂ ਉਹਨੇ ਰੋਲਸ ਰੋਇਲ ਰੱਖੀਆਂ ਜੀ। ਹਾਂਜੀ। ਤੇ ਦੱਸਣ ਦੇ ਕਹਿੰਦੇ 16 ਨੇ, 16। ਤੇ ਇੱਕ ਗੱਡੀ ਸਾਧ ਸੰਗਤ ਜੀ 10 ਕਰੋੜ ਦੇ ਨੇੜੇ ਹੈ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਹਾਂਜੀ। ਇਹੋ ਜਿਹੇ ਸਿੱਖ ਹੈਗੇ ਅੱਜ ਵੀ, ਮਹਾਰਾਜ ਕਹਿਣ 100 ਗੱਡੀਆਂ ਚੜਾ ਸਕਦੇ। ਕਹਿੰਦੇ ਮਹਾਰਾਜ ਨੇ 100 ਘੋੜਾ ਤੇ ਲੈ ਕੇ ਆਇਆ, ਪਰ ਮਹਾਰਾਜ ਮੁਸ਼ਕਲ ਬੜੀ ਚੱਲੀ। ਕਿਉਂ? ਭੀਮ ਚੰਦ ਮਗਰ ਪੈ ਗਿਆ ਸੀ ਵੀ ਘੋੜਾ ਖੋਵੋ 100। ਹਾਂਜੀ। ਫਤਿਹ ਸ਼ਾਹ ਭੱਟ ਕੀਨਸ ਤਿਆਰੀ। ਤੇ ਫਤਿਹ ਸ਼ਾਹ ਨੇ ਮਹਾਰਾਜ ਯੋਧੇ ਵੀ ਤਿਆਰ ਕਰ ਲਏ ਸੀਗੇ। ਪਹੁੰਚੀ ਢਿਗ ਹਮਰੇ ਸੁਧ ਸਾਰੀ। ਮਹਾਰਾਜ ਸਾਨੂੰ ਪਤਾ ਲੱਗ ਗਿਆ ਸੀ ਵੀ ਇਹ 100 ਘੋੜਾ ਜਿਹੜਾ ਦੁਸ਼ਟਾਂ ਨੇ ਖੋਹ ਲੈਣਾ ਹੈ। ਹਾਂਜੀ। ਤਕਰੇ ਹੋਏ ਜ਼ੀਨ ਹੈ ਡਾਲੇ। ਤੇ ਮਹਾਰਾਜ ਤੁਸੀਂ ਕਿਰਪਾ ਕੀਤੀ, ਗੁਰਸਿੱਖ ਤਗੜੇ ਹੋਏ, ਛੇਤੀ ਦੇ ਨਾਲ ਇਹਨਾਂ ਘੋੜਿਆਂ ਉੱਤੇ ਕਾਠੀਆਂ ਪਾਈਆਂ। ਭਏ ਅਰੂਢਨ ਇਤ ਕੋ ਚਾਲੇ। ਤੇ ਮਹਾਰਾਜ ਸਾਰੇ ਇੱਧਰ ਨੂੰ ਆ ਗਏ। ਹਾਂ। ਲਖਿਓ ਪ੍ਰਤਾਪ ਗੁਰੂ ਕੋ ਮਹਾ। ਹਾਂਜੀ। ਪਹੁੰਚ ਨਾ ਸਕਿਓ ਆਏ ਕੋ ਤਹਾਂ। ਇਹ ਤੇ ਪਤਾ ਨਹੀਂ ਕੀ ਆਪ ਜੀ ਦਾ ਪ੍ਰਤਾਪ। ਸੱਚੇ ਪਾਤਸ਼ਾਹ ਉਹ ਦੁਸ਼ਟ 100 ਘੋੜਾ ਖੋਹਣ ਦੀ ਗੱਲ ਕਰਦੇ ਹੀ, ਇੱਕ ਵੀ ਨਹੀਂ ਖੋ ਸਕੇ। ਇੱਕ ਵੀ ਨਹੀਂ ਖੋ ਸਕੇ। ਹਾਂਜੀ। ਬੜੇ ਯਤਨ ਕਰ ਸਭ ਹਾਇ ਲਿਆਏ। ਵੱਡੇ ਯਤਨ ਕਰਕੇ ਇਹ ਗੁਰੂ ਕਾ ਪਿਆਰਾ ਸਿੱਖ ਮਹਾਰਾਜ 100 ਘੋੜਾ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਾਉਂਦਾ ਹੈ। ਰਾਵਰ ਕੀ ਸਹਾਇਤਾ ਪਾਏ। ਸਭ ਆਪ ਜੀ ਦੀ ਮਿਹਰ ਨਾਲ ਹੋਇਆ। ਆਪ ਜੀ ਦੀ ਮਿਹਰ ਨਾਲ ਇਹ ਘੋੜੇ ਇੱਥੇ ਪਹੁੰਚੇ ਹਨ। ਕਿਰਪਾ ਕਰੋ ਸਭ ਦੇਖਣ ਕੀਜੈ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਸਤਿਗੁਰੂ ਹੁਣ ਕਿਰਪਾ ਕਰੋ, ਬਖਸ਼ਿਸ਼ ਕਰੋ। ਤੇ ਜਿਹੜਾ ਇਹ ਸਿੱਖ ਬੜੇ ਪ੍ਰੇਮ ਨਾਲ ਘੋੜੇ ਲੈ ਕੇ ਆਇਆ, ਮਹਾਰਾਜ ਉਹ ਘੋੜੇ ਵੇਖੋ ਸੱਚੇ ਪਾਤਸ਼ਾਹ, ਉਹਨਾਂ ਘੋੜਿਆਂ ਉੱਤੇ ਦ੍ਰਿਸ਼ਟੀ ਪਾਵੋ। ਬੀਰਨ ਕੋ ਰਨ ਹਿਤ ਅਬ ਦੀਜੈ। ਤੇ ਨਾਲੇ ਯੋਧਿਆਂ ਨੂੰ ਵੰਡ ਦਈਏ ਘੋੜੇ ਆਪਾਂ। ਹਾਂਜੀ। ਆਛੀ ਬਾਤ ਜਾਨ ਗੁਰ ਪੂਰੇ। ਹਾਂਜੀ। ਪਿਖੇ ਤੁਰੰਗਮ ਸਗਲੇ ਰੂਰੇ। ਮਹਾਰਾਜ ਕਹਿਣ ਲੱਗੇ ਠੀਕ ਹੈ ਭਾਈ, ਵਿਖਾਓ। 100 ਘੋੜਾ ਲਾਈਨ ਚਲਾਇਆ ਸਾਧ ਸੰਗਤ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਸਤਿਗੁਰਾਂ ਨੇ ਤੁਰਦਿਆਂ ਤੁਰਦਿਆਂ ਸਾਰੇ ਘੋੜਿਆਂ ਨੂੰ ਬੜੀ ਰੀਝ ਨਾਲ ਵੇਖਿਆ ਜੀ।
ਤੇ ਮੇਰੇ ਅੰਦਰ ਦੀ ਭਾਵਨਾ ਹੈ, ਕਿਸੇ ਨੂੰ ਕੀ ਕਹਿ ਸਕਦੇ ਆ, ਜਿਸ ਉੱਤੇ ਦਿਆਲੂ ਕਿਰਪਾਲੂ ਜੀ ਰੀਝ ਨਾਲ ਵੇਖਦੇ ਆ ਸਾਧ ਸੰਗਤ ਜੀ, ਉਹਦਾ ਲੋਕ ਪਰਲੋਕ ਵਿੱਚ ਭਲਾ ਹੋ ਜਾਂਦਾ ਜੀ। ਲੋਕ ਪਰਲੋਕ 'ਚ ਗੁਰੂ ਕੀਆਂ ਫੌਜਾਂ ਵਿੱਚ ਸਤਿਗੁਰੂ ਸਾਹਿਬ ਜੀ ਦੇ ਨਾਲ ਜਿਹੜੇ ਘੋੜੇ ਵੀ ਨੇ ਨਾ, ਉਹ ਵੀ ਭਾਗਾਂ ਵਾਲੇ ਨੇ ਸਾਧ ਸੰਗਤ ਜੀ। ਉਹ ਪਸ਼ੂ ਵੀ ਭਾਗਾਂ ਵਾਲੇ ਹੈ। ਮਹਾਰਾਜ ਨੇ ਉਹ 100 ਘੋੜਾ ਦੇਖਿਆ, ਸਿੱਖ ਕੋ ਖੁਸ਼ੀ ਕਰੀ ਮਨ ਭਾਵਤ। ਤੇ ਮਹਾਰਾਜ ਫਿਰ ਉਸ ਸਿੱਖ ਨੂੰ ਵੇਖ ਕੇ ਨਾ, ਮਹਾਰਾਜ ਕਹਿੰਦੇ, ਸਿੱਖਾ ਤੂੰ ਸਾਨੂੰ ਇੰਨਾ ਪਿਆਰ ਕੀਤਾ, ਜਾਂ ਤੈਨੂੰ ਨਿਹਾਲ ਕੀਤਾ। ਮਹਾਰਾਜ ਕਹਿਣ ਲੱਗੇ, ਜੋ ਤੇਰੇ ਮਨ 'ਚ ਫੁਰਨਾ ਪੂਰਾ ਹੋ ਜਾਇਆ ਕਰੇਗਾ। ਕਹਿਣ ਲੱਗੇ, ਤੂੰ ਪ੍ਰੇਮ ਕੀਤਾ ਸਾਨੂੰ। ਕਹਿਣ ਲੱਗੇ, ਹਾਂਜੀ। ਭਾਇਓ ਨਿਹਾਲ ਆਨੰਦ ਉਪਾਵਤ। ਸਾਧ ਸੰਗਤ ਜੀ, ਉਹ ਨਿਹਾਲ ਹੋ ਗਿਆ। ਤੇ ਵੇਖੋ ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਉਸ ਸਿੱਖ ਦੇ ਹਿਰਦੇ ਵਿੱਚ ਆਨੰਦ ਪੈਦਾ ਹੋ ਗਿਆ ਜੀ। ਆਨੰਦ ਪਤਾ ਕਿਵੇਂ ਪੈਦਾ ਹੁੰਦਾ ਜੀ? ਆਨੰਦ ਪੈਦਾ ਹੁੰਦਾ ਗੁਰੂ ਜੀ ਦੀ ਕਿਰਪਾ ਨਾਲ, ਗੁਰੂ ਜੀ ਦੀ ਮਿਹਰ ਨਾਲ। ਉਂਝ ਕੋਈ ਬਹੁਤ ਸਿਮਰਨ ਕਰੇ, ਫਿਰ ਆਨੰਦੋ ਆਨੰਦ ਘਣਾ। ਤੇ ਗੁਰੂ ਅਮਰਦਾਸ ਜੀ ਕਿਰਪਾ ਕਰਦੇ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਨੰਦ ਦੀ ਅਵਸਥਾ ਮਿਲ ਗਈ ਉਹਨੂੰ ਜੀ। ਇਹ ਆਨੰਦ ਦੀ ਇੱਕ ਅਵਸਥਾ ਹੈ। ਹਾਂਜੀ। ਜੋ ਜਿਸ ਲਾਇਕ ਭਟਕੋ ਜਾਨਾ, ਹੇਤ ਅਰੂਢਨ ਕੇ ਹੈ ਦਾਨਾ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਤੇ ਆਨੰਦ ਦੀ ਅਵਸਥਾ ਉਸ ਸਿੱਖ ਨੂੰ ਦਿੱਤੀ ਜੀ। ਬਾਕੀ ਜਿਹੜਾ ਸਿੱਖ ਜਿਸ ਘੋੜੇ ਦੇ ਲਾਇਕ ਸੀਗਾ, ਮਹਾਰਾਜ ਨੇ ਉਸ ਹਿਸਾਬ ਨਾਲ ਯੋਧਿਆਂ ਸੂਰਮਿਆਂ ਵਿੱਚ ਘੋੜੇ ਵੰਡ ਦਿੱਤੇ। ਸੁੰਦਰ ਜ਼ੀਨ ਪਾਏ ਕਰ ਚੜੇ। ਤੇ ਇੱਕ ਘੋੜੇ ਉੱਤੇ ਸੱਚੇ ਪਾਤਸ਼ਾਹ ਆਪ ਵੀ ਚੜੇ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਵੇਖੋ ਸਿੱਖ ਦੀ ਤੇ ਸੇਵਾ ਤਾਂ ਹੀ ਸਫਲ ਹੀ ਹੋਣੀ ਸੀ ਨਾ, ਜੇ ਮਹਾਰਾਜ ਆਸਣ ਲਾਉਂਦੇ। ਬਾਕੀ ਸਿੱਖਾਂ ਨੂੰ ਵੀ ਕਾਠੀਆਂ ਦਿੱਤੀਆਂ, ਉਹਨਾਂ ਘੋੜਿਆਂ ਉੱਤੇ ਪਾਈਆਂ। ਚਪਲ ਬਲੀ ਲਖ ਔਰ ਮੁੱਦ ਬੜੇ। ਸਾਰਿਆਂ ਵੇਖਿਆ ਵੀ ਘੋੜੇ ਬੜੇ ਵਧੀਆ ਨੇ, ਬੜੇ ਖੁਸ਼ ਹੋਏ ਸਾਰੇ। ਗੋਰੀ ਢਾਰ ਹੈ ਅਨਕ ਸੁਨਾਰੇ। ਸੋ ਮਹਾਰਾਜ ਨੇ ਇਹ ਵੀ ਬਚਨ ਕੀਤਾ ਸੀ ਵੀ ਛੇਤੀ ਛੇਤੀ ਗੋਲੀਆਂ ਭਾਈ ਤਿਆਰ ਕਰ ਲੋ, ਗੋਲੀਆਂ ਢਾਲੀਆਂ ਜਾ ਰਹੀਆਂ ਹਨ। ਬ੍ਰਿੰਦ ਬਰੂਦ ਤਿਆਰ ਤਿਸ ਬਾਰੇ। ਬੜਾ ਬਰੂਦ ਤਿਆਰ ਕੀਤਾ ਵੀ ਆ ਲੈਣ ਦਿਓ, ਇਹਨਾਂ ਦੁਸ਼ਟਾਂ ਨੂੰ ਛੱਡਣਾ ਨਹੀਂ ਹੈ। ਕਿਤਕ ਭਟਨ ਕੋ ਤੋਮਰ ਦਏ। ਕਈ ਸੂਰਬੀਰਾਂ ਨੂੰ ਮਹਾਰਾਜ ਨੇ ਨੇਜੇ ਦਿੱਤੇ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਕਈ ਨੇਜੇਬਾਜ਼ੀ ਵਧੀਆ ਕਰਦੇ ਆ, ਮਹਾਰਾਜ ਨੇ ਉਹਨਾਂ ਨੂੰ ਨੇਜੇ ਬਖਸ਼ਿਸ਼ ਕੀਤੇ। ਤੁਰੰਗ ਧਵਾਏ ਵਿਸਾਲ ਪਰਮਏ। ਤੇ ਘੋੜਾ ਸਾਧ ਸੰਗਤ ਜੀ ਘੋੜੇ ਵੀ ਦਿੱਤੇ ਉਹਨਾਂ ਨੂੰ ਵਧੀਆ। ਵੇਖੋ ਨੇਜੇ ਵੀ ਆਮ ਨਹੀਂ ਸੀ ਹੁੰਦੇ ਜੀ। ਨੇਜੇ ਬਰਛੇ, ਜਿਸ ਨਾਗਣੀ ਬਰਛੇ ਦੇ ਆਪ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਰਸ਼ਨ ਕਰਦੇ ਹੋ ਨਾ ਗੁਰਮੁਖੋ, ਉਸ ਸਮੇਂ 17,000 ਰੁਪਏ ਦਾ ਬਣਿਆ ਸੀਗਾ ਜੀ। ਉਸ ਸਮੇਂ ਸਤਿਗੁਰਾਂ ਦੇ ਸਮੇਂ। ਅੱਜ ਤੁਸੀਂ ਅੰਦਾਜ਼ਾ ਲਾਓ ਵੀ ਉਸ ਨਾਗਣੀ ਬਰਛੇ ਦੀ ਕਿੰਨੀ ਕੀਮਤ ਹੋਏਗੀ ਜੀ। ਬੜੇ ਵਧੀਆ ਵਧੀਆ ਸਿੱਖ ਸ਼ਸਤਰ ਭੇਟਾ ਕਰਦੇ ਸੀ ਮਹਾਰਾਜ ਨੂੰ। ਹੁਣ ਤਾਂ ਉਹੋ ਜਿਹਾ ਬਣ ਹੀ ਨਹੀਂ ਸਕਦਾ ਸਾਧ ਸੰਗਤ ਜੀ, ਜੈਸਾ ਸਤਿਗੁਰੂ ਗਰੀਬ ਨਵਾਜ਼ ਜੀ ਨੂੰ ਨਾਗਣੀ ਬਰਛਾ ਹੀ ਸਿੱਖ ਨੇ ਭੇਟਾ ਕੀਤਾ ਸੀ। ਸੋ ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਈ ਸਿੱਖਾਂ ਨੂੰ ਨੇਜੇ ਬਰਛੇ ਬਖਸ਼ਿਸ਼ ਕੀਤੇ। ਦਏ ਜ਼ਰਕਸ਼ੀ ਰੁਚਰ ਨਿਖੰਗ। ਹਾਂਜੀ। ਕਰ ਪੂਰਨ ਖਰ ਖਪਰਨ ਸੰਗ। ਹਾਂ, ਬੜੇ ਬੜੇ ਸੋਹਣੇ ਕੱਢੇ ਹੋਏ ਪੱਥੇ ਬਖਸ਼ਿਸ਼ ਕੀਤੇ ਜੀ। ਤੇ ਉਹਨਾਂ ਨੂੰ ਤਿੱਖੇ ਤੀਰਾਂ ਨਾਲ ਭਰ ਦਿੱਤਾ। ਕੇਤਕ ਸੁਭਟਨ ਧਨੁਖ ਕਠੋਰਾ। ਕਈਆਂ ਨੂੰ ਫਿਰ ਵੱਡੇ ਵੱਡੇ ਕਮਾਨ ਬਖਸ਼ਿਸ਼ ਕੀਤੇ ਸੱਚੇ ਪਾਤਸ਼ਾਹ ਜੀ ਨੇ। ਲੈ ਜੋਧਾ ਐਂਚਤ ਕਰ ਜੋਰਾ। ਉਹ ਜੋਧੇ ਪ੍ਰੈਕਟਿਸ ਕਰਦੇ ਸੀਗੇ, ਖਿੱਚ ਕੇ ਵੇਖਦੇ ਸਨ। ਲਾਂਬੀ ਸੁਲਗ ਤੁਫੰਗ ਅਨੇਕ। ਫਿਰ ਲੰਮਾ ਨਿਸ਼ਾਨੇ ਤੇ ਬੈਠਣ ਵਾਲੀਆਂ ਬੰਦੂਕਾਂ, ਲੰਬੀਆਂ ਸੁਲਗਾਂ ਵਾਲੀਆਂ, ਉਹ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਦੇ ਦਿੱਤੀਆਂ। ਬਖਸ਼ੀ ਜੋਧਨ ਜਲਦ ਵਿਵੇਕ। ਗਿਆਨ ਦੇ ਸਾਗਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ
ਗੁਰਸਿੱਖਾਂ ਦੇ ਵਿੱਚ ਹਥਿਆਰ ਸ਼ਸਤਰ ਜਿਹੜੇ ਸਨ ਉਹ ਵੰਡ ਦਿੱਤੇ। ਗੁਰ ਦਲ ਮਹਿ ਉਤਸ਼ਾਹ ਵਿਸਾਲਾ। ਗੁਰੂ ਸਾਹਿਬ ਦੀਆਂ ਫੌਜਾਂ ਵਿੱਚ ਵੱਡਾ ਉਤਸ਼ਾਹ ਹੈ ਵੀ ਆ ਲੈਣ ਦਿਓ, ਇਹਨਾਂ ਦੁਸ਼ਟ ਪਹਾੜੀ ਰਾਜਿਆਂ ਦੀ ਸੈਨਾ ਨੂੰ ਛੱਡਣਾ ਨਹੀਂ ਹੈ। ਵਿਚਰਤ ਧਰ ਹਥਿਆਰਨ ਜਾਲਾ। ਉਹ ਆਪਣੇ ਹਥਿਆਰ ਪਕੜ ਕੇ ਐ ਹੁਣ ਤੁਰੇ ਫਿਰਦੇ ਆ, ਪਹਿਰਾ ਦਿੰਦੇ ਹਨ। ਮਾਰ ਬਕਾਰਾ ਬੋਲਤ ਭਾਰੀ। ਐ ਬਕਾਰਾ ਭਾਵ ਲਲਕਾਰਦੇ ਆ ਕਿ ਉੱਚੀ ਉੱਚੀ ਲਲਕਾਰਦੇ ਹਨ। ਲੂਟ ਭਜਾਵੋ ਹਤੋ ਪਹਾਰੀ। ਕਹਿੰਦੇ ਇਹਨਾਂ ਨੂੰ ਲੁੱਟ ਲੈਣਾ, ਇਹਨਾਂ ਦੁਸ਼ਟਾਂ ਨੇ ਜਿਨ੍ਹਾਂ ਨੇ ਮਹਾਰਾਜ ਤੇ ਹਮਲਾ ਕਰਨਾ, ਛੱਡਣੇ ਨਹੀਂ ਹਨ। ਸ਼ੀਨੋ ਦੇਸ਼ ਨਿਕਾਲੋ ਬਾਹਰ। ਬਿਦਤੈ ਬਹੁ ਸਤਿਗੁਰ ਜਸ ਜਾਹਰ। ਆਪਾਂ ਮਹਾਰਾਜ ਦਾ ਜਸ ਵਧਾਉਣਾ, ਇਹਨਾਂ ਕੋਲੋਂ ਸਾਰਾ ਰਾਜ ਭਾਗ ਲੈ ਲੈਣਾ ਹੈ। ਇਸ ਪ੍ਰਕਾਰ ਤਿਆਰੀ ਪ੍ਰਭ ਕਰੀ। ਪ੍ਰਥਮ ਜੁਧ ਹਿਤ ਮਨਸਾ ਧਰੀ। ਇਸ ਤਰੀਕੇ ਨਾਲ ਸਤਿਗੁਰੂ ਤਿਆਰੀ ਕਰਾ ਰਹੇ, ਔਰ ਇਹ ਯੁੱਧ ਮੇਰੇ ਬਾਜਾਂ ਵਾਲੇ ਸਤਿਗੁਰਾਂ ਦਾ ਪ੍ਰਥਮ ਯੁੱਧ ਹੈ। ਪ੍ਰਥਮ ਦਾ ਭਾਵ ਹੁੰਦਾ ਪਹਿਲਾ, ਪਹਿਲੀ ਜੰਗ ਹੈ ਸਤਿਗੁਰਾਂ ਦੀ। ਕਿਹੜੀ ਜੰਗ ਹੈ? ਪੰਗਾਣੀ ਦੀ ਜੰਗ ਜੀ, ਜਿਹਨੂੰ ਪਹਿਲਾ ਯੁੱਧ ਕਹਿੰਦੇ ਜੀ। ਹਾਂਜੀ। ਸਮਸ਼ ਸੰਯਮਤਾ ਮੁਖ ਪਰ ਸੋ ਹੈ। ਤੇ ਸਤਿਗੁਰੂ ਗਰੀਬ ਨਵਾਜ ਮਹਾਰਾਜ ਜੀ ਦੇ ਮੁਖ ਤੇ ਫਿਰ ਦਾੜਾ ਆ ਗਿਆ ਸੀਗਾ ਉਦੋਂ ਨੂੰ। ਕਹਿੰਦੇ ਕਾਲਾ ਕਾਲਾ ਦਾੜਾ ਸਤਿਗੁਰਾਂ ਦੇ ਮੁਖ ਉੱਤੇ ਬਹੁਤ ਫੱਬਦਾ ਹੈ। ਕਮਲ ਪ੍ਰਫੁੱਲਿਤ ਅਲ ਜਨ ਜੋ ਹੈ। ਐਨ ਨੇਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਮਲ ਨੇਤਰ ਖਿੜੇ ਪਏ ਹਨ। ਸਮ ਦੁੰਧਪ ਕੇ ਸ਼ਬਦ ਗੰਭੀਰ। ਤੇ ਆਵਾਜ਼ ਇੰਨੀ ਗੰਭੀਰ ਹੈ ਮਹਾਰਾਜ ਦੀ, ਗਜਮੀ ਹੈ, ਜਿਵੇਂ ਨਗਾਰਾ ਵੱਜਦਾ ਸਾਧ ਸੰਗਤ ਜੀ। ਐਸੀ ਆਵਾਜ਼ ਹੈ ਮਹਾਰਾਜ ਜੀ ਦੀ। ਮਹਾਰਾਜ ਪ੍ਰਭ ਬੀਰਨ ਬੀਰ। ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਯੋਧਿਆਂ ਦੇ ਵੀ ਯੋਧੇ ਹਨ। ਆਖੋ ਸ੍ਰੀ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਗੱਜ ਕੇ ਸਾਰੇ ਕਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਕਹਿੰਦੇ ਯੋਧਿਆਂ ਦੇ ਯੋਧੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਨਿਜ ਦਲ ਮਹਿ ਉਤਸ਼ਾਹ ਵਧਾਵਾ। ਸਤਿਗੁਰਾਂ ਨੇ ਆਪਣੀ ਫੌਜ ਵਿੱਚ ਉਤਸ਼ਾਹ, ਸਪਿਰਟ ਜਿਹੜੀ ਸੀ ਉਹ ਭਰ ਦਿੱਤੀ ਹੈ। ਮਾਨੋ ਵੀਰ ਰਸ ਸੁਪਤ ਜਗਾਵਾ। ਮਾਨੋ ਸੁੱਤੇ ਹੋਏ ਸਨ ਤੇ ਇੱਕਦਮ ਵੀਰ ਰਸ ਨਹੀਂ ਜਾਗ ਪੈਂਦਾ ਜੀ। ਐਸਾ ਮਾਹੌਲ ਬਣ ਗਿਆ। ਇਤ ਇਮ ਭਈ ਸੁਨੋ ਉਤਕੇਰੀ। ਇੱਧਰ ਤਾਂ ਇਸ ਤਰ੍ਹਾਂ। ਹੁਣ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਧਰ ਸੁਣੋ ਸ਼੍ਰੀਨਗਰ ਵਿੱਚ ਕੀ ਹੋ ਰਿਹਾ ਹੈ। ਘਾਟੋ ਉਲੰਘ ਗਏ ਜਿਸ ਬੇਰੀ। ਜਦੋਂ ਸਤਿਗੁਰਾਂ ਦੇ ਸਿੱਖ ਉਹ ਤੰਗ ਥਾਂ ਵਾਲਾ ਘਾਟਾ ਸੀ ਜਿਹੜਾ, ਉਹ ਜਦੋਂ ਲੰਘ ਆਏ, ਮੂਰਖ ਹੱਥਨ ਮਰਦਤ ਰਹੇ। ਮੂਰਖ ਪਹਾੜੀ ਸੈਨਿਕ ਹੱਥ ਮਲਦੇ ਰਹਿ ਗਏ ਜੀ। ਕਹਿੰਦੇ ਸੀ 100 ਘੋੜਾ ਖੋਣਾ, 100 ਦੀ ਛੱਡੋ ਇੱਕ ਵੀ ਨਹੀਂ ਲੈ ਸਕੇ ਜੀ। ਹੱਥ ਮਲਦੇ ਰਹਿ ਗਏ। ਰੁਕੇ ਨਾ ਕਿਉਂ ਹੂੰ ਮਿਲ ਮਿਲ ਕਹੇ। ਤੇ ਆਪਸ ਵਿੱਚ ਨਾ ਮਿਲ ਮਿਲ ਕੇ ਸਾਰੇ ਇਸ ਤਰ੍ਹਾਂ ਕਹਿੰਦੇ ਆ, ਕਹਿੰਦੇ ਅਸੀਂ ਤਾਂ ਰੋਕ ਹੀ ਨਹੀਂ ਸਕੇ ਭਾਈ, ਉਹ ਰੋਕ ਹੀ ਨਹੀਂ ਸਕੇ। ਹਾਂਜੀ। ਕਿਤਕ ਮ੍ਰਿਤਕ ਭੇ ਲੋਥ ਉਠਾਈ। ਉਹਨਾਂ ਦੇ ਕਈ ਬੰਦੇ ਮਰ ਗਏ ਸਨ ਜੀ, ਉਹਨਾਂ ਦੇ ਹੁਣ ਉਹ ਸਰੀਰ ਚੁੱਕ ਰਹੇ ਹਨ। ਕੋ ਘਾਇਲ ਗਮਨੇ ਨਿਜ ਥਾਈ। ਕਈ ਜਿਹੜੇ ਜ਼ਖਮੀ ਹੋ ਗਏ ਸੀ ਉਹਨਾਂ ਨੂੰ ਆਪਣੀਆਂ ਆਪਣੀਆਂ ਥਾਵਾਂ ਤੇ ਛੱਡ ਰਹੇ ਸੀ ਉਹ। ਹਟਿਓ ਜਹਾਂ ਕਹਤੇ ਦਲ ਸਾਰੋ। ਸਭ ਰਾਜਨ ਕੇ ਨਿਕਟ ਉਚਾਰੋ। ਸਾਰੇ ਰਾਜਿਆਂ ਤੱਕ ਇਹ ਖਬਰ ਪਹੁੰਚਾ ਦਿੱਤੀ ਗਈ ਵੀ ਗੁਰੂ ਕੇ ਸਿੱਖ ਤੇ ਲੰਘ ਗਏ ਆ, ਆਪਣੇ ਬੰਦੇ ਕਰ ਹੀ ਨਹੀਂ ਕੁਝ ਸਕੇ ਉਹਨਾਂ ਰਾਜਿਆਂ ਵਿੱਚ ਜੀ। ਅਲਪ ਸੁਭਟ ਘਾਟੇ ਪਰ ਗਏ। ਉਹ ਕਹਿੰਦੇ ਕਿਉਂ? ਕਹਿੰਦੇ ਜੀ ਘਾਟੇ ਉੱਤੇ ਫੌਜ ਹੀ ਨਹੀਂ ਪੂਰੀ ਪਹੁੰਚ ਸਕੀ। ਹਾਂਜੀ। ਬਹੁਤ ਪੰਥ ਮੈਂ ਹੀ ਥਿਰ ਭਏ। ਬਹੁਤੇ ਸਿਪਾਹੀ ਤਾਂ ਰਸਤੇ ਵਿੱਚ ਹੀ ਰਹਿ ਗਏ, ਉਹਦੇ ਤੋਂ ਪਹਿਲਾਂ ਹੀ ਗੁਰੂ ਕੇ ਸਿੱਖ ਲੰਘ ਗਏ। ਘਾਲਿਓ ਜ਼ੋਰ ਖਸ਼ਟ 100 ਆਏ। ਹਾਂਜੀ। ਉਲੰਘ ਗਏ ਗਨ ਤੁਪਕ ਚਲਾਏ। ਕਹਿੰਦੇ ਉਹ ਗੁਰੂ ਕੇ ਸਿੱਖ ਆਏ
ਗੋਲੀਆਂ ਚਲਾਉਂਦੇ ਗੁਰੂ ਦੇ ਜਕਾਰੇ ਲਾਉਂਦੇ ਲੰਘ ਗਏ ਉੱਥੋਂ, ਪਤਾ ਹੀ ਨਹੀਂ ਲੱਗਾ ਕਹਿੰਦੇ। ਹਾਂਜੀ, ਸਰਿਓ ਨਾ ਸੈਨਾ ਤੇ ਕੁਸ਼ਕਾਰ। ਵੀ ਉਹ ਪਹਾੜੀਏ ਵਿਚਾਰ ਕਰਦੇ, ਕਹਿੰਦੇ ਸਾਡੀ ਸੈਨਾ ਕੋ ਤੇ ਬਣਿਆ ਹੀ ਕੁਛ ਨਹੀਂ, ਕੁਝ ਕਰ ਹੀ ਨਹੀਂ ਸਕੇ ਉਹ। ਗਏ ਵਿਸਾਲ ਵੀਰਤਾ ਧਾਰ। ਵੀ ਗੁਰੂ ਕੇ ਸਿੱਖ ਵੱਡੀ ਵੀਰਤਾ ਧਾਰਨ ਕਰਕੇ ਉੱਥੋਂ ਲੰਘ ਗਏ, ਜਕਾਰੇ ਲਾਉਂਦੇ ਲੰਘ ਗਏ, ਸਾਡੇ ਸਿਪਾਹੀ ਕਰ ਹੀ ਨਹੀਂ ਸਕੇ ਕੁਛ। ਭੀਮ ਚੰਦ ਸੁਣ ਕਹਿ ਰਿਸ ਕਨੀ। ਹੁਣ ਜਦੋਂ ਇਹ ਗੱਲ ਭੀਮ ਚੰਦ ਨੇ ਸੁਣੀ, ਉਹ ਤੇ ਬੜੀਆਂ ਆਸਾਂ ਲਾ ਕੇ ਬੈਠਾ ਹੈਗਾ ਜੀ, ਉਹਦੀਆਂ ਆਸਾਂ ਤੇ ਪਾਣੀ ਫਿਰ ਗਿਆ, ਉਹਨੂੰ ਬੜਾ ਗੁੱਸਾ ਚੜਿਆ। ਸਭਨ ਸੁਨਾਵਤ ਉੱਚੇ ਭਨੀ। ਸਾਰਿਆਂ ਨੂੰ ਉੱਚੀ ਉੱਚੀ ਗੱਲ ਕਰਦਾ ਸੁਣਾਉਂਦਾ ਹੈ। ਕਾਇਰ ਗੀਦੀ ਸੁਪਤੇ ਰਹੇ। ਉਹ ਆਪਣੀਆਂ ਫੌਜਾਂ ਨੂੰ ਹੀ ਦਬਕੇ ਮਾਰੀ ਜਾਂਦਾ, ਕਹਿੰਦਾ ਡਰਪੋਕੋ ਸੁੱਤੇ ਸੀਗੇ ਉੱਥੇ ਜਦੋਂ ਸਿੱਖ ਲੰਘੇ ਸਨ। ਅਰੇ ਨਾ ਆਗੇ ਧੀਰ ਨਾ ਗਏ। ਅੜੇ ਕਿਉਂ ਨਹੀਂ ਤੁਸੀਂ? ਹੌਸਲਾ ਕਿੱਥੇ ਗਿਆ ਤੁਹਾਡਾ? ਤੁਸੀਂ ਅੜੇ ਹੀ ਨਹੀਂ ਉਹਨਾਂ ਅੱਗੇ। ਰੁਕਤ ਜੇ ਘਾਟਾ ਭਟ ਹੋਏ ਗਾਡੇ। ਹਾਂਜੀ। ਹੱਥ ਤੁਫੰਗ ਤਿਨ ਰਾਖਨ ਠਾਂਡੇ। ਜੇ ਘਾਟੇ ਉੱਤੇ ਤੁਸੀਂ ਰੁਕਦੇ, ਬੰਦੂਕਾਂ ਫੜਦੇ, ਅੱਗੇ ਹੁੰਦੇ। ਇਤ ਤੇ ਦਲ ਸਗਰੋ ਕਰ ਜੋਰ। ਹਾਂਜੀ। ਘੇਰਤ ਇਤ ਉਤ ਹੋਏ ਚਹੁ ਵੀ ਤੁਸੀਂ ਕਰਦੇ ਤੇ ਸਹੀ, ਅਸੀਂ ਫੌਜ ਭੇਜ ਦੇਣੀ ਸੀ। ਪਰ ਸਾਧ ਸੰਗਤ ਜੀ ਬਾਅਦ ਦੇ ਉੱਤੇ ਗੱਲਾਂ ਹੀ ਰਹਿ ਜਾਂਦੀਆਂ ਨੇ। ਆਖੋ ਸ੍ਰੀ ਵਾਹਿਗੁਰੂ। ਹਾਂਜੀ, ਬਾਅਦ ਵਿੱਚੋਂ ਤਾਂ ਗੱਲਾਂ ਹੀ ਰਹਿ ਜਾਂਦੀਆਂ। ਫਿਰ ਕੀ ਹੋਣਾ? ਫਿਰ ਤੇ ਜੋ ਹੋਣਾ ਸੀ ਹੋ ਗਿਆ ਜੀ। ਹਾਂਜੀ, ਦੇਕਰ ਤਰਾਸ ਲੇਤ ਹਥਿਆਰੇ। ਡਰਾਉਂਦੇ, ਉਹਨਾਂ ਕੋ ਸ਼ਸਤਰ ਖੋਂਦੇ। ਨਰ ਨਿਕਸਨ ਮਗ ਜਬ ਹੋ ਨਿਹਾਰੇ। ਵੀ ਤੁਹਾਨੂੰ ਪਤਾ ਹੀ ਨਹੀਂ ਲੱਗਾ। ਹਾਂਜੀ, ਨਹੀਂ ਸ਼ੀਘਰਤਾ ਕਰ ਭਟ ਧਾਏ। ਜਿਸ ਤੇ ਨਿਕਸੇ ਸੁਖ ਮਨ ਭਾਏ। ਉਹ ਆਪਣੇ ਸਿਪਾਹੀਆਂ ਦੀ ਗਲਤੀ ਕੱਢਦਾ ਵੀ ਤੁਸੀਂ ਕਾਹਲੀ ਨਹੀਂ ਕੀਤੀ। ਸਿੱਖ ਜਾਂਦੇ ਤੇ ਜਾਂਦੇ ਕਿਵੇਂ ਉਸ ਰਸਤੇ ਚੋਂ? ਹੁਣ ਉਹਨੂੰ ਤੇ ਇਹ ਸੀ ਨਾ ਵੀ ਗੁਰੂ ਸਾਹਿਬ ਨੇ ਸਾਡੀ ਬਰਾਤ ਰੋਕੀ, ਅਸੀਂ ਸਿੱਖ ਰੋਕਾਂਗੇ। ਬਰਾਤ ਤੇ ਰੁਕ ਗਈ ਪਰ ਸਿੱਖ ਨਹੀਂ ਰੁਕੇ। ਆਖੋ ਸ੍ਰੀ ਵਾਹਿਗੁਰੂ। ਬਰਾਤ ਤੇ ਰੁਕ ਗਈ ਜੀ, ਇਹਨਾਂ ਨੂੰ ਤੇ ਫੇਰਾ ਪਿਆ ਪਰ ਗੁਰਸਿੱਖਾਂ ਨੂੰ ਕੁਛ ਨਹੀਂ ਹੋਇਆ ਜੀ। ਹਾਂਜੀ, ਹੋਤ ਕਹਾਂ ਅਬ ਕਹੇ ਕਹਾਏ। ਫਿਰ ਕਹਿੰਦਾ ਹੁਣ ਕੀ ਕਹਿਣਾ, ਜੋ ਹੋਣਾ ਸੀ ਹੋ ਗਿਆ। ਬੀਤੀ ਰਾਤ ਕਹਾਂ ਪਛਤਾਏ। ਵੀ ਹੁਣ ਜਿਹੜੀ ਰਾਤ ਲੰਘਣੀ ਸੀ ਉਹ ਲੰਘ ਗਈ। ਹਾਂਜੀ, ਅਬ ਤਾਂ ਫਤਿਹ ਸ਼ਾਹ ਮਹੀਪਾਲਾ। ਕਹਿੰਦੇ ਹੁਣ ਤਾਂ ਫਤਿਹ ਸ਼ਾਹ ਉੱਤੇ ਹੈ ਸਾਰੀ ਗੱਲ। 398 ਜੰਗ ਕਰਾਲਾ। ਵੀ ਇਹ ਹੁਣ ਗੁਰੂ ਨਾਲ ਜੰਗ ਕਰਦਾ ਜਾਂ ਨਹੀਂ ਕਰਦਾ। ਜਾਨੀ ਜਾਏ ਕਹਾਂ ਹੋਏ ਜੈ ਹੈ। ਇਹ ਤਾਂ ਹੁਣ ਜਾਣ ਨਹੀਂ ਪੈਂਦਾ, ਭਾਵ ਅੰਦਾਜ਼ਾ ਨਹੀਂ ਲੱਗ ਰਿਹਾ। ਕਹਿੰਦਾ ਵੀ ਹੁਣ ਅੱਗੇ ਕੀ ਹੋਵੇਗਾ। ਗੁਰ ਤੇ ਜੈ ਕੇ ਪਰਾਜੇ ਪੈ ਹੈ। ਵੇ ਗੁਰੂ ਸਾਹਿਬ ਤੋਂ ਜਿੱਤੇਗਾ ਕਿ ਹਾਰੇਗਾ ਫਤਿਹ ਸ਼ਾਹ। ਆਖੋ ਸ੍ਰੀ ਵਾਹਿਗੁਰੂ। ਕਹਿੰਦਾ ਇਹਦੇ ਤੇ ਦਾ ਕੁਛ ਪਤਾ ਨਹੀਂ ਲੱਗ ਰਿਹਾ। ਕਹੋ ਜਾਏ ਅਬ ਕੀ ਜੈ ਤਿਆਰੀ। ਜਾਓ, ਜਾ ਕੇ ਫਤਿਹ ਸ਼ਾਹ ਨੂੰ ਕਹੋ ਛੇਤੀ ਤਿਆਰੀ ਕਰੇ। ਨਹੀਂ ਨੀਕਤਾ ਬਿਲਮ ਜਤਾਰੀ। ਵੇ ਹੁਣ ਇਹ ਦੇਰੀ ਕਰਨੀ ਚੰਗੀ ਨਹੀਂ ਹੈ। ਤੁਮਰੀ ਸੀਮ ਦੇਸ਼ ਕੀ ਤਹਾਂ। ਉਹਨੂੰ ਆਖੋ ਵੀ ਤੇਰੇ ਦੇਸ਼ ਦੀ ਹੱਦ ਹੈ। ਜਿੱਥੇ ਪਾਉਂਟਾ ਮਹਾਰਾਜ ਨੇ ਵਸਾਇਆ ਵੀ ਨਾਨ ਤੇ ਸ਼੍ਰੀਨਗਰ ਦੇ ਬਾਰਡਰ ਤੇ ਸੀਗਾ ਮਹਾਰਾਜ ਨੇ ਪਾਉਂਟਾ ਸਾਹਿਬ। ਹਾਂਜੀ, ਨਗਰ ਪਾਵਟਾ ਘਾਲਿਓ ਜਹਾਂ। ਹਾਂਜੀ, ਲਰਬੋ ਹੱਕ ਤੁਮ ਹੈ ਬਨ ਆਵੈ। ਜਾਓ ਜਾ ਕੇ ਫਤਿਹ ਸ਼ਾਹ ਨੂੰ ਕਹੋ ਵੀ ਤੇਰੇ ਬਾਰਡਰ ਤੇ ਬੈਠੇ ਐ, ਤੂੰ ਜਾ ਕੇ ਲੜ ਪਹਿਲਾਂ। ਆਨ ਵਹਿਰ ਜੋ ਭੂਮ ਦਬਾਵੈ। ਮਹਾਰਾਜ ਨੂੰ ਕਹੋ ਤੁਸੀਂ ਆ ਕੇ ਭੂਮੀ ਨੱਪ ਲਈ ਐ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਵੇਖੋ ਲੜਨ ਵਾਸਤੇ ਕਾਰਨ ਵੀ ਤੇ ਹੋਣਾ ਚਾਹੀਦਾ ਨਾ। ਕਹਿੰਦਾ ਇਹ ਕਹਿ ਦਿਓ ਵੀ ਭੂਮੀ ਨੱਪੀ ਮਹਾਰਾਜ ਨੇ। ਵਿਆਹ ਬਹਾਨੇ ਨਿਰਪਗਨ ਆਏ। ਕਹਿੰਦਾ ਹੁਣ ਤਾਂ ਰਾਜੇ ਇਕੱਠੇ ਐ, ਵਿਆਹ ਦਾ ਬਹਾਨਾ ਹੈ। ਸਭ ਤੇ ਲਿਹੋ ਸੁਪਟ ਸਮੁਦਾਏ। ਉਹਨੂੰ ਕਹੋ ਵੀ ਸਾਰੇ ਰਾਜਿਆਂ ਦੀ ਫੌਜ ਲੈ ਕੇ ਗੁਰੂ ਜੀ ਤੇ ਹਮਲਾ ਕਰੇ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਨੇ ਆਪ ਲਿਖਣਾ ਫਤਿਹ ਸ਼ਾਹ ਕੋਪਾ ਤਬ ਰਾਜਾ, ਲੋਹ ਪਰਾ ਹਮਸੋ ਬਿਨ ਕਾਜਾ। ਮਹਾਰਾਜ ਆਪ ਲਿਖਦੇ ਸੱਚੇ ਪਾਤਸ਼ਾਹ।
ਹਾਂਜੀ। ਪੁੰਨ ਗੁਰ ਚਮੂ ਕਹਾਂ ਰਣ ਮਾਹੀ, ਸਨਮੁਖ ਠਹਿਰ ਸਕੈ ਕਿਮ ਨਾਹੀ। ਕਹਿੰਦੇ ਫਤਿਹ ਸ਼ਾਹ ਨੂੰ ਕਹੋ ਸਾਰੇ ਰਾਜਿਆਂ ਦੀ ਫੌਜ ਲੈ ਕੇ ਜਾਵੇ, ਫਿਰ ਗੁਰੂ ਦੀ ਫੌਜ ਕੀ ਕਰੇਗੀ। ਉਹਨੂੰ ਕਹੋ ਵੀ ਉਹ ਮੂਰਖਾ, ਅੱਗੇ ਤੇ ਸ਼੍ਰੀਨਗਰ 'ਚ ਹੀ ਤੁਹਾਡੀ ਸਾਰੇ ਰਾਜਿਆਂ ਦੀ ਫੌਜ ਸੀ, ਉਦੋਂ ਕਿਹੜਾ ਸਿੱਖਾਂ ਨੂੰ ਰੋਕ ਸਕੇ ਹੋ। ਹੁਣ ਤਾਂ ਉੱਥੇ ਉਹਨਾਂ ਦੇ ਦਲ ਵਿੱਚ ਜਾਣਾ ਤੁਹਾਂ। ਹਾਂਜੀ। ਦੇਹੋ ਉਠਾਏ ਇਤ ਤੇ ਸਭ ਡੇਰਾ, ਹਾਂਜੀ। ਨਿਜ ਦਲ ਤਹਿ ਠਹਿਰਾਏ ਬਡੇਰਾ। ਵੀ ਉੱਥੋਂ ਗੁਰੂ ਦੀ ਫੌਜ ਚੁਕਾ ਕੇ ਆਪਣੀ ਫੌਜ ਲਾਈਏ ਬਾਰਡਰ ਉੱਤੇ, ਕਹਿੰਦਾ ਨਾਹਣ ਪਤ ਕਉ ਦਾਬਾ ਦੇਹੋ। ਤੇ ਵੇਖੋ ਮੇਦਨੀ ਪ੍ਰਕਾਸ਼ ਨਹੀਂ ਨਾ ਇਹਨਾਂ ਨਾਲ ਰਲਦਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਨਾਨ ਦਾ ਰਾਜਾ ਇਹ ਭੀਮ ਚੰਦ ਬਹੁਤਾ ਹੀ ਵੱਡਾ ਡਰਾਕਲ ਹੈਗਾ ਜੀ। ਆਪ ਨਹੀਂ ਅੱਗੇ ਹੁੰਦਾ ਜੀ, ਇਹ ਦੂਜਿਆਂ ਨੂੰ ਮਰਵਾਉਂਦਾ ਜੀ। ਕਈ ਬੰਦਿਆਂ ਦੀ ਆਦਤ ਹੁੰਦੀ ਹੈ, ਆਪ ਨਹੀਂ ਅੱਗੇ ਹੋਣਗੇ, ਦੂਜੇ ਨੂੰ ਕਹਿਣਗੇ ਤੂੰ ਅੱਗੇ ਹੋ ਲਾ, ਤੂੰ ਅੱਗੇ ਹੋ ਲਾ। ਕਹਿੰਦਾ ਉਧਰੋਂ ਮੇਦਨੀ ਪ੍ਰਕਾਸ਼ ਨੂੰ ਵੀ ਦਾਬਾ ਮਾਰੋ। ਉਹ ਸੱਦ ਕੇ ਲੈ ਕੇ ਆਇਆ ਉਹਨਾਂ ਨੂੰ ਪਾਉਂਟੇ, ਉਹਨੇ ਬਿਠਾਇਆ ਮੇਦਨੀ ਪ੍ਰਕਾਸ਼ ਨੂੰ ਵੀ ਦਬਕਾ ਮਾਰੋ। ਕਹਿ ਨਿਜ ਸੰਗ ਮੇਲ ਕਰ ਲੇਹੋ। ਤੇ ਮੇਦਨੀ ਪ੍ਰਕਾਸ਼ ਨੂੰ ਆਪਣੇ ਨਾਲ ਰਲਾਓ। ਮੇਦਨੀ ਪ੍ਰਕਾਸ਼ ਵੀ ਨਾਲ ਰਲੇ। ਇਮ ਸਮਝਾਏ ਪਠਿਓ ਪ੍ਰਧਾਨ। ਉਂਝ ਅੱਗੇ ਜਾ ਕੇ ਆ ਜਾਏਗੀ ਗੱਲ। ਮੇਦਨੀ ਪ੍ਰਕਾਸ਼ ਨੂੰ ਨਾ ਮਹਾਰਾਜ ਨੇ ਖਿਤਾਬ ਦੇਣਾ ਇੱਕ, 10ਵੇਂ ਪਾਤਸ਼ਾਹ ਨੇ। ਪਤਾ ਕਾਹਦਾ ਜੀ? ਮਹਾਰਾਜ ਨੇ ਗਧੇ ਦਾ ਖਿਤਾਬ ਦੇਣਾ। ਮਹਾਰਾਜ ਨੇ ਕਹਿਣਾ ਗਧਾ ਹੈਗਾ ਜਿਹੜਾ ਉਹਨਾਂ ਨਾਲ ਰਲ ਗਿਆ ਜਾ ਕੇ। ਤਾਂ ਮੇਰੇ ਮਨ ਦੀ ਇਹ ਭਾਵਨਾ ਵੀ ਮੇਦਨੀ ਪ੍ਰਕਾਸ਼ ਅੱਜ ਵੀ ਇਸ ਧਰਤੀ ਤੇ ਗਧੇ ਦੀ ਜੂਨ 'ਚ ਤੁਰਿਆ ਫਿਰਦਾ ਹੋਣਾ ਜੀ। ਕਿਉਂ? ਪੂਰੇ ਸਤਿਗੁਰਾਂ ਨੇ ਬਚਨ ਜੂ ਕਰ ਦਿੱਤਾ ਜੀ, ਬਚਨ ਹੋ ਗਿਆ ਮਹਾਰਾਜ ਦਾ। ਕਹਿੰਦੇ ਮੇਦਨੀ ਪ੍ਰਕਾਸ਼ ਨੂੰ ਦਾਬਾ ਮਾਰੋ। ਇਹ ਸਭ ਕੁਝ ਕਹਿ ਕੇ ਭੀਮ ਚੰਦ ਨੇ ਆਪਣਾ ਵਕੀਲ ਵਜ਼ੀਰ ਜਿਹੜਾ ਸੀ ਉਹ ਫਤਿਹ ਸ਼ਾਹ ਕੋਲ ਭੇਜਿਆ। ਭੀਮ ਚੰਦ ਮਨ ਮਾਨ ਮਹਾਨ। ਬੜਾ ਹੰਕਾਰ ਸੀਗਾ ਜੀ ਭੀਮ ਚੰਦ ਨੂੰ। ਫਤਿਹ ਸ਼ਾਹ ਕੇ ਨਿਕਟ ਸਿਧਾਰਾ। ਫਤਿਹ ਸ਼ਾਹ ਦੇ ਕੋਲ ਗਿਆ ਉਹਦਾ ਵਜ਼ੀਰ ਭੀਮ ਚੰਦ ਦਾ। ਪਿਖ ਜੈ ਦੇਵਾ ਤਾਹੇ ਉਚਾਰਾ। ਜਿਵੇਂ ਆਪਾਂ ਸਤਿ ਸ੍ਰੀ ਅਕਾਲ ਕਹਿੰਦੇ ਆ, ਫਤਿਹ ਬੁਲਾਉਂਦੇ ਆ, ਉਹ ਜੈਦੇਵ ਜੈਦੇਵ ਕਹਿੰਦੇ ਹੁੰਦੇ ਸੀਗੇ ਜਦੋਂ ਮਿਲਦੇ ਸੀ। ਬੈਠ ਬੰਦ ਕਰ ਸਕਲ ਸੁਨਾਈ, ਜੇ ਪੂਰਬ ਕਰ ਸੀਖ ਸਿਖਾਈ। ਜੋ ਭੀਮ ਚੰਦ ਨੇ ਸਿਖਾਇਆ ਸੀ ਨਾ ਜੀ, ਉਹ ਫਿਰ ਸਾਰੀ ਸਿੱਖਿਆ ਸੁਣਾਈ ਦੀ ਉਹਨੂੰ ਜੀ। ਹਾਂਜੀ। ਹਿਤ ਰਾਖਨ ਸਮਧੀ ਮਨ ਮਾਨੂ। ਵੀ ਭਾਈ ਜੇ ਤੇ ਤੂੰ ਆਪਣੀ ਕੁੜਮਤਾਈ ਭੀਮ ਚੰਦ ਰਾਜੇ ਨਾਲ ਰੱਖਣੀ ਹੈ, ਭਇਓ ਸੁਮਤ ਤੇ ਕੁਮਤ ਮਹਾਨੂ, ਤਾਂ ਫਿਰ ਇਹ ਕੰਮ ਕਰ ਲਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਫਤਿਹ ਸ਼ਾਹ ਸਿਆਣਾ ਤੇ ਬੜਾ ਸੀ, ਜਿੰਨਾ ਸਿਆਣਾ ਸੀ ਓਡਾ ਹੀ ਮੂਰਖ ਬਣ ਗਿਆ ਜੀ। ਓਨਾ ਹੀ ਮੂਰਖ ਬਣ ਗਿਆ। ਜਥਾ ਪ੍ਰਭੰਜਨ ਮਿਲ ਬਦ ਬੋਏ। ਕਹਿੰਦੇ ਜਿਵੇਂ ਹਵਾ ਤਾਂ ਉਹੀ ਹੀ ਹੁੰਦੀ ਹੈ, ਪਰ ਜੇ ਕਿਤੇ ਗੰਦਗੀ ਪਈ ਹੋਵੇ ਨਾ ਤੇ ਹਵਾ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ। ਹਵਾ ਬਦਬੂਦਾਰ ਜਿਵੇਂ ਹੋ ਜਾਂਦੀ ਹੈ, ਸਭ ਕੋ ਅਨਹਿਤ ਕਰਤਾ ਹੋਏ। ਤੇ ਸਾਰਿਆਂ ਉੱਤੇ ਫਿਰ ਉਸ ਬਦਬੂ ਦਾ ਅਸਰ ਪੈਂਦਾ ਜੀ। ਇਸੇ ਤਰ੍ਹਾਂ ਇਹ ਦੁਸ਼ਟ ਲੋਕ ਗੰਦਗੀ ਨੇ ਸਾਧ ਸੰਗਤ ਜੀ। ਜਿਹੜਾ ਇਹਨਾਂ ਦੇ ਸੰਪਰਕ 'ਚ ਆਏਗਾ ਉਹ ਵੀ ਬਦਬੂਦਾਰ ਹੋ ਜਾਏਗਾ। ਬੜੇ ਬੜੇ ਚੰਗੇ ਬੰਦੇ ਵੀ ਜਦੋਂ ਕਿਸੇ ਮੂਰਖ ਦੀ ਸੰਗਤ ਕਰਨ ਲੱਗ ਪੈਣ ਨਾ, ਟਾਈਮ ਨਹੀਂ ਲੱਗਦਾ, ਉਹ ਵੀ ਮੂਰਖ ਬਣਨ ਲੱਗ ਪੈਂਦੇ ਸਾਧ ਸੰਗਤ ਜੀ। ਔਰ ਬੜੇ ਬੜੇ ਮੂਰਖ ਜਦੋਂ ਜੀਵਨ ਵਾਲੇ ਗੁਰਸਿੱਖਾਂ ਦੀ ਸੰਗਤ ਕਰਦੇ ਆ ਸਾਧ ਸੰਗਤ ਜੀ, ਉਹਨਾਂ ਦਾ ਭਲਾ ਹੋ ਜਾਂਦਾ ਹੈ। ਹਾਂਜੀ। ਗੁਰ ਮਹਿਮਾ ਅਰ ਸਭ ਉਪਕਾਰਾ। ਸਤਿਗੁਰਾਂ ਦੀ ਮਹਿਮਾ ਤੇ ਗੁਰੂ ਸਾਹਿਬ ਨੇ ਫਤਿਹ ਸ਼ਾਹ ਰਾਜੇ ਉੱਤੇ ਜਿਹੜੇ ਜਿਹੜੇ ਉਪਕਾਰ ਕੀਤੇ ਸਨ, ਮਨ ਕਹਿ ਲੋਰੀ ਮਿਲੇ ਬਿਗਾਰਾ। ਉਹ ਸਾਰਾ ਕੁਝ ਹੀ ਭੀਮ ਚੰਦ ਦੇ ਮਿਲਣ ਨਾਲ ਫਤਿਹ ਸ਼ਾਹ ਦੇ ਮਨ ਵਿੱਚੋਂ ਨਿਕਲ ਗਿਆ ਜੀ। ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ,
ਕਾਹੂ ਕੀ ਸੰਗਤ ਮਿਲ ਜੰਮਪੁਰ ਜਾਤ ਹੈ। ਗੋਰੀ ਗਨ ਬਰੂਦ ਵਰਤਾਈ। ਇਹਨੇ ਵੀ ਫਤਿਹ ਸ਼ਾਹ ਨੇ ਵੀ ਆਪਣੀਆਂ ਫੌਜਾਂ ਵਿੱਚ ਕਹਿ ਦਿੱਤਾ ਵੀ ਗੋਲੀਆਂ ਵਰਤਾਓ, ਬਰੂਦ ਦੇ ਦਿਓ। ਕਹਿਓ ਸਬਨ ਸਨ ਪਰ ਹੈ ਲੜਾਈ। ਹਾਂਜੀ। ਬਾਂਸ਼ਤ ਸ਼ਸਤਰ ਤੁਰੰਗ ਜਿਸ ਹੋਏ, ਮੁਝ ਤੇ ਜਾਚ ਲਿਹੋ ਸਭ ਕੋਏ। ਸਾਰਿਆਂ ਨੂੰ ਕਿਹਾ ਵੀ ਘੋੜੇ ਲਓ, ਸ਼ਸਤਰ ਲਓ, ਜੋ ਜੋ ਚਾਹੀਦਾ ਉਹ ਮੇਰੇ ਕੋਲੋਂ ਲਵੋ ਤੇ ਆਪਾਂ ਹੱਲਾ ਕਰਨਾ ਹੈ। ਸਮਧੀ ਕੇ ਹਰ ਖਾਵਨ ਕਾਰਨ। ਕਿਉਂ ਕਰਨ ਦਿਆ ਜੀ ਸਾਰਾ ਕੁਝ? ਆਪਣੇ ਕੁੜਮ ਨੂੰ ਖੁਸ਼ ਕਰਨ ਲਈ। ਨਹੀਂ ਤੇ ਫਤਿਹ ਸ਼ਾਹ ਨੂੰ ਨਹੀਂ ਪਤਾ ਵੀ ਮਹਾਰਾਜ ਬੜੇ ਵੱਡੇ ਨੇ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਸਿਰਫ ਆਪਣੇ ਕੁੜਮ ਨੂੰ ਖੁਸ਼ ਕਰਨ ਲਈ ਇਹ ਸਭ ਕੁਝ ਕਰ ਰਿਹਾ ਹੈ। ਉੱਚੇ ਕੀਨਸ ਹੁਕਮ ਉਚਾਰਨ। ਇਸ ਤਰ੍ਹਾਂ ਦੇ ਪੁੱਠੇ ਹੁਕਮ ਜਿਹੜੇ ਆ ਉਹ ਆਪਣੀਆਂ ਫੌਜਾਂ ਉੱਤੇ ਕਰ ਰਿਹਾ ਹੈ। ਦੋਹਰ ਚੋਬ ਧੌਂਸਾ ਤੁਮ ਘਾਰੋ। ਕਹਿਣ ਲੱਗਾ ਦੋਹਰੀਆਂ ਚੋਬਾਂ ਛੇਤੀ ਨਗਾਰੇ ਉੱਤੇ ਮਾਰੋ। ਕਹਿਓ ਸਬਨ ਸੋ ਸ਼ਸਤਰ ਸੰਭਾਰੋ। ਤਿਆਰੀ ਜਥੇਦਾਰ ਗਨ ਕਰੈ, ਨਿਜ ਨਿਜ ਮਿਸਲ ਸੁਭਟ ਸਭ ਧਰੈ। ਜਥੇਦਾਰ ਤਿਆਰੀ ਕਰਨ, ਆਪੋ ਆਪਣੀਆਂ ਮਿਸਲਾਂ ਨੂੰ ਸਾਂਭ ਲੈਣ। ਆਨੋ ਮੇਰੋ ਬਲੋ ਤੁਰੰਗ। ਕਹਿੰਦਾ ਮੇਰਾ ਬਲੀ ਘੋੜਾ ਜਿਹੜਾ ਹੈ ਨਾ ਉਹ ਲੈ ਕੇ ਆਵੋ। ਕੰਚਨ ਜ਼ੀਨ ਐਂਚ ਕਰ ਤੰਗ। ਸੋਨੇ ਦੀ ਕਾਠੀ ਐ ਖਿੱਚ ਕੇ ਬੰਨ ਦਿਓ। ਹੀਰਨ ਜੜਤੀ ਮੁਸ਼ਟ ਵਿਸਾਲਾ। ਤੇ ਜਿਹੜੀ ਸੋਨੇ ਦੀ ਮੁੱਠ ਵਾਲੀ ਕਿਰਪਾਨ ਜਿਹਦੇ ਵਿੱਚ ਹੀਰੇ ਜੜੇ ਹਨ, ਤੀਖਨ ਧਾਰਾ ਖੜਗ ਕਰਾਲਾ। ਤੇ ਜਿਹਦੀ ਧਾਰ ਬੜੀ ਤਿੱਖੀ ਹੈ ਉਹ ਵੀ ਲੈ ਕੇ ਆਵੋ। ਖਰ ਖਪਰਨ ਤੇ ਭਰਿਓ ਨਿਖੰਗਾ। ਹਾਂਜੀ। ਧਨੁਖ ਕਠੋਰ ਆਨੀਐ ਸੰਗਾ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਬਹੁਤ ਤਿਆਰੀ ਕਰਵਾਈ। ਤੇ ਸਾਧ ਸੰਗਤ ਜੀ ਕੀ ਤਿਆਰੀ ਕਰਵਾਉਂਦੇ ਆ? ਸਾਰੇ ਦਲ ਦੀ ਚੰਗੀ ਤਰ੍ਹਾਂ ਦਲ ਨੂੰ ਇਹਨੇ ਸ਼ਸਤਰ ਵੰਡ ਦਿੱਤੇ ਹਨ। ਬਲੀ ਤੁਰੰਗ ਨਿਕਟ ਜਬ ਆਇਓ। ਉਧਰੋਂ ਫਤਿਹ ਸ਼ਾਹ ਦਾ ਬਲੀ ਘੋੜਾ ਤਿਆਰ ਕਰਕੇ ਲਾਗੇ ਲੈ ਕੇ ਆਏ। ਉੱਠਿਓ ਸਭਾ ਮੈਂ ਨਿਰਪ ਦਰਸਾਇਓ। ਰਾਜਾ ਆਪ ਉੱਠਿਆ, ਉਹਨੇ ਉਹ ਘੋੜਾ ਦੇਖਿਆ। ਖੜਗ ਨਿਖੰਗ ਪਾਏ ਕਟ ਬੰਦ। ਤੇ ਗਾਤਰੇ ਵਿੱਚ ਤਿੱਖੀ ਤਲਵਾਰ ਜਿਹੜੀ ਹੈ ਉਹ ਕਮਰ ਕੱਸੇ ਲਾ ਲਈ। ਲੀਨਸ ਤੁਨਖ ਸੋ ਦ੍ਰਿੜ ਸਰ ਸੰਧ। ਧਨੁਸ਼ ਵੀ ਫੜ ਲਿਆ ਤੇ ਪੱਥਾ ਤੀਰਾਂ ਨਾਲ ਭਰ ਲਿਆ। ਅਧਿਕ ਮੋਲ ਕੀ ਸਿਪਰ ਸੰਭਾਰੀ। ਬੜੀ ਕੀਮਤੀ ਢਾਲ ਜਿਹੜੀ ਸੀ ਉਹ ਵੀ ਲੱਕ ਨਾਲ ਬੰਨ ਲਈ। ਡਾਰ ਸਕੰਦੈ ਬੰਦ ਪਿਸ਼ਾਰੀ। ਮੋਢੇ ਤੇ ਪਾ ਲਈ। ਹਾਏ ਚਲ ਚਾਲ ਅਰੁਡਨ ਹੋਵਾ। ਤੇ ਚਲਾਕ ਘੋੜੇ ਤੇ ਸਵਾਰ ਹੋ ਗਿਆ। ਮੂਰਖ ਨਹਿ ਵਿਚਾਰ ਕਰ ਜੋਵਾ। ਪਰ ਉਸ ਮੂਰਖ ਨੇ ਇੱਕ ਵਾਰੀ ਵੀ ਵਿਚਾਰ ਨਹੀਂ ਕੀਤੀ ਵੀ ਤੂੰ ਕਿਹਦੇ ਤੇ ਹਮਲਾ ਕਰਨ ਲੱਗਾ ਹੈ। ਤਿਆਰੀ ਤੇ ਬੜੀ ਕੱਸੀ ਦੀ ਇਹਨੇ, ਪਰ ਇੱਕ ਵਾਰੀ ਵੀ ਇਹ ਵਿਚਾਰ ਨਹੀਂ ਕੀਤੀ ਵੀ ਮੈਂ ਕਿਹਦੇ ਉੱਤੇ ਹਮਲਾ ਕਰ ਰਿਹਾ ਹਾਂ। ਜਗਤ ਪਤੀ ਕੀ ਸਮਤਾ ਚਾਹਤ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਤਿਆਰੀ ਐ ਕਰਕੇ ਜਗਤ ਦੇ ਮਾਲਕ ਦੀ ਬਰਾਬਰੀ ਕਰਨਾ ਚਾਹੁੰਦਾ ਹੈ, ਸਤਿਗੁਰਾਂ ਦੀ ਬਰਾਬਰੀ ਕਰਨੀ ਚਾਹੁੰਦਾ ਹੈ। ਚੱਲਿਓ ਪੰਥ ਲਰਬੇਸੋ ਉਮਾਹਤ। ਮੂਰਖ ਆਪਣੇ ਮਨ ਵਿੱਚ ਬਰਾਬਰੀ ਕਰਨੀ ਚਾਹੁੰਦਾ ਹੈ ਤੇ ਬੜਾ ਉਤਸ਼ਾਹ ਧਾਰ ਕੇ ਦੁੰਦਪ ਬਜਤ ਬਾਹਨੀ ਚਲੀ। ਚੱਲਿਆ ਹੈ। ਨਗਾਰਾ ਵੱਜਿਆ, ਫੌਜਾਂ ਚੜ ਪਈਆਂ। ਤੀਖਨ ਸ਼ਸਤਰਨ ਜੁਤ ਕਮਲ ਲੀ। ਤੇ ਕਹਿੰਦੇ ਆ ਐ ਤਿੱਖੇ ਤਿੱਖੇ ਸ਼ਸਤਰਾਂ ਨਾਲ ਫੌਜ ਜਿਹੜੀ ਸੀ ਉਹ ਲੈਸ ਸੀ। ਫਤਿਹ ਸ਼ਾਹ ਜਬ ਆਗੇ ਭਇਓ। ਗਹੇ ਤੁਫੰਗਮ ਦਲ ਉਮੜਿਓ। ਹਰੀ ਚੰਦ ਆਦਿਕ ਬੱਜ ਜੋਦੇ। ਗੁਰਸੋਂ ਲਰਨ ਚਲੇ ਹਿਤ ਕ੍ਰੋਧੇ। ਫਤਿਹ ਸ਼ਾਹ ਦੇ ਨਾਲ ਹਰੀ ਚੰਦ ਹੈ ਸਾਧ ਸੰਗਤ ਜੀ। ਇਹ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਚੱਲ ਪਏ। ਗਨ ਸੈਨਾ ਅਰ ਗ੍ਰਾਮਨ ਫੇਰ। ਬੰਦੇ ਟੋਲ ਬਰਿੰਦ ਕੋ ਹੇਰ। ਚਿਤ ਅਹੰਕਾਰ ਵਧਿਓ ਅਧਕਾਏ। ਲਰੋਂ ਗੁਰੂ ਸਨ ਕੋਪ ਵਧਾਏ। ਹਾਂਜੀ। ਬਾਮ ਬਿਲੋਚਨ ਫਰਕਤ ਖੋਟਾ। ਨਹਿ ਮਨ ਗਿਨਹਿ ਹਾਰ ਮਤ ਮੋਟਾ। ਨਗਰ ਪਾਵਟੇ ਸਨਮੁਖ ਚਾਲਾ। ਪੰਥ ਪਹਾਰਨ ਬਿਖਮ ਵਿਸਾਲਾ। ਕਿਉਂਕਿ ਇਹ ਸਾਰੇ ਬ੍ਰਾਹਮਣ ਨੇ, ਅੱਖਾਂ ਫੜਕਣੀਆਂ ਬੜਾ ਮੰਨਦੇ ਆ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਹਾਂਜੀ। ਜਦੋਂ ਫਤਿਹ ਸ਼ਾਹ ਤੇ ਹਰੀ ਚੰਦ
ਤੁਰੇ ਨਾ ਜੀ ਘੋੜਿਆਂ ਤੇ ਚੜ੍ਹ ਕੇ ਫੌਜਾਂ ਲੈ ਕੇ, ਕਹਿੰਦੇ ਆ ਖੱਬੀ ਆਖੇ ਦੀ ਫੜਕਣ ਲੱਗ ਪਈ। ਹੁਣ ਇਹੋ ਹੀ ਮੰਨਦੇ ਆ ਬ੍ਰਾਹਮਣ ਨੇ, ਇਹੋ ਮੰਨਦੇ ਆ ਵੀ ਖੱਬੀ ਅੱਖ ਫੜਕਣੀ ਚੰਗਾ ਸ਼ਗਨ ਨਹੀਂ ਹੁੰਦਾ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਵੀ ਇਹ ਤਾਂ ਚੰਗਾ ਸ਼ਗਨ ਨਹੀਂ ਹੁੰਦਾ। ਪਰ ਉਦਣ ਵਿਚਾਰ ਹੀ ਨਹੀਂ ਇਹਨਾਂ ਨੇ ਕੀਤੀ ਸੀ। ਬਸ ਗੁੱਸੇ ਵਿੱਚ ਆਏ, ਸਾਧ ਸੰਗਤ ਜੀ ਤੁਰੇ ਗਏ ਤੇ ਪਾਉਂਟਾ ਸਾਹਿਬ ਵੱਲ ਨੂੰ ਚਾਲਾ ਪਾਇਆ ਜੀ। ਸੋ ਅੱਗੋਂ ਜੋ ਜੋ ਹੋਏਗਾ ਉਹ ਆਉਂਦੇ ਦਿਨਾਂ ਵਿੱਚ ਸੁਣਾਂਗੇ। ਆਉਂਦੇ ਦਿਨਾਂ ਵਿੱਚ ਸਾਧ ਸੰਗਤ ਜੀ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਸਾਰੇ ਜਪੋ ਜੀ ਵਾਹਿਗੁਰੂ 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 ਵਾਹਿਗੁਰੂ। ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।